ਸਾਰੇ ਦੇਸ਼ ਦਾ ਕਿਸਾਨ ਸ਼ਾਮਲ ਨਹੀਂ ਹੋਇਆ ਸੀ। ਇਹ ਕਿਸੇ ਕਿਸਾਨ ਜਥੇਬੰਦੀ ਨੂੰ ਤਾਂ ਮੇਰੀ ਗੱਲ ਭਾਵੇਂ ਬੁਰੀ ਲੱਗੇ, ਮਮਤਾ ਬੈਨਰਜੀ ਨੇ ਜ਼ਰੂਰ ਲਾਹਾ ਖਟਿਆ ਕਿਸਾਨ ਅੰਦੋਲਨ ਦਾ। ਜਿਹਦਾ ਪੁੱਤਰ ਇੰਨੇ ਦਿਨਾਂ ਤੋਂ ਨਿਆਇਕ ਹਿਰਾਸਤ ਦੇ ਵਿੱਚ ਹੈ, ਉਹਦੀ ਜਾਂਚ ਕਈ ਏਜੰਸੀਆਂ ਕਰ ਰਹੀਆਂ ਨੇ, ਕਮਿਸ਼ਨ ਕਰ ਰਿਹਾ, ਤੇ ਤੁਸੀਂ ਉਹਦੇ ਬਾਪ ਨੂੰ ਮੰਤਰੀ ਦੇ ਅਹੁਦੇ ਤੇ ਬਿਠਾਇਆ ਹੋਇਆ। ਸ਼ਰਾਰਤੀ ਅਨਸਰ ਤੇ ਕਿਤੇ ਵੀ ਹੋ ਸਕਦੇ ਨੇ, ਕਰਵਾ ਵੀ ਕੋਈ ਵੀ ਸਕਦਾ ਹੈ, ਪਰ ਕਿਸਾਨ ਸ਼ਾਂਤਮਈ ਤਰੀਕੇ ਨਾਲ ਬੈਠੇ ਹੋਏ ਨੇ। ਇਹ ਕੰਮ ਵਿਰੋਧੀ ਧਿਰ ਵਾਲਾ ਨਵਜੋਤ ਸਿੰਘ ਸਿੱਧੂ ਕਰ ਰਿਹਾ। ਹੁਣ ਇਹ ਗੱਲ ਪੱਕੀ ਹੈ, ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਕਾਰਡਸ ਜਿਹੜੇ ਆ ਉਹ ਆਪਣੇ ਕੋਲ ਰੱਖੇ ਹੋਏ ਸੀ, ਤੇ ਜਿੱਧਰੋਂ ਵੀ ਉਂਗਲੀ ਘਮਾਉਂਦੇ ਸੀ ਉਹੀ ਘਮਾਉਂਦੇ ਸੀ। ਉਹਨਾਂ ਨੇ ਕਿਹਾ ਕਿ ਮੈਨੂੰ ਇਸ ਪਲੈਨਿੰਗ ਤੋਂ ਬਿਨਾਂ ਹੋਰ ਕੋਈ ਸ਼ੌਕ ਨਹੀਂ ਹੈ, ਮੈਨੂੰ ਨਾ ਕਿਸੇ ਖੇਡ ਦਾ ਹੈ ਨਾ ਹੋਰ ਹੈ, ਮੈਂ ਸਿਰਫ ਕੰਮ ਵਾਲਾ ਬੰਦਾ। ਸ਼ਾਂਤ ਕਿਸ਼ੋਰ ਸਿਰਫ ਰਾਜਨੀਤੀ ਵਿੱਚ ਦਿਲਚਸਪੀ ਰੱਖਦੇ ਨੇ। ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਜਿਸ ਤਰ੍ਹਾਂ ਦੇ ਉਹ ਨੀਤੀਵਾਨ ਵਜੋਂ ਮਸ਼ਹੂਰ ਹੋਏ ਨੇ ਦੁਨੀਆ ਵਿੱਚ, ਡਿਜ਼ਨੀ ਵੱਲੋਂ ਤੇ ਨੈਟਫਲਿਕਸ ਵੱਲੋਂ ਵੀ ਕਹਿੰਦੇ ਉਹਨਾਂ ਨੂੰ ਆਫਰਾਂ ਆਈਆਂ। ਹੁਣ ਉਹ ਕਹਿੰਦੇ ਨੇ ਕਿ ਦੇਖੋ ਪੰਜਾਬ ਨੂੰ ਇੱਕ ਵਧੀਆ ਮੁੱਖ ਮੰਤਰੀ ਅਗਲੀਆਂ ਚੋਣਾਂ ਦੇ ਵਿੱਚ ਜਿਹੜਾ ਉਹ ਦੇਵਾਂਗੇ। ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਨੂੰ ਤੇ ਅਕਾਲੀ ਦਲ ਨੂੰ ਸਿੱਧੀ ਟੱਕਰ ਦੇਣ ਵਾਲੇ ਉਸ ਇਲਾਕੇ ਦੇ ਵਿੱਚ ਜੇ ਕੋਈ ਵੱਡੇ ਆਗੂ ਹੈਗੇ ਕਾਂਗਰਸ ਦੇ ਤੇ ਉਹ ਰਾਜਾ ਵੜਿੰਗ ਨੇ। ਸ਼ਰਦ ਪਵਾਰ ਨੇ ਜਿਹੜੀਆਂ ਹੁਣ ਗੱਲਾਂ ਕੀਤੀਆਂ ਨੇ ਉਹ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਇੱਕ ਤਰੀਕੇ ਨਾਲ ਮੈਂ ਕਹਿ ਸਕਦਾ, ਪਰ ਇਹ ਨਹੀਂ ਮੈਂ ਅਜੇ ਕਹਿ ਸਕਦਾ ਕਿ ਉਹਨਾਂ ਨੇ 3 ਬਿੱਲ ਵਾਪਸ ਕਰਾਉਣ ਦੇ ਹੱਕ ਦੇ ਵਿੱਚ ਗੱਲ ਕੀਤੀ। ਜੇ ਪੰਜਾਬ ਨੂੰ ਅਪਸੈਟ ਕਰਨ ਦੀ ਕੋਸ਼ਿਸ਼ ਤਾਂ ਹੋਈ ਨਾ, ਫਿਰ ਕਿਸ ਨੇ ਕੀਤੀ? ਜਿਸ ਤਰੀਕੇ ਨਾਲ ਉਹ ਕਹਿੰਦੇ ਚੱਲ ਰਹੇ ਨੇ, ਇੱਥੇ ਦੰਗੇ ਹੋਣ ਦੇ ਵਿੱਚ ਸਮਾਂ ਨਹੀਂ ਲੱਗੇਗਾ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਤੇ ਚਰਚਾ ਕਰਨ ਲਈ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ। ਅੱਜ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ, ਜਿਸ ਤੇ ਅਸੀਂ ਵਿਸਥਾਰ ਨਾਲ ਚਰਚਾ ਕਰਾਂਗੇ। ਸ਼ਰਦ ਪਵਾਰ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਇਤਿਹਾਸ ਦਾ ਹਵਾਲਾ ਦਿੱਤਾ ਹੈ ਤੇ ਨਵਜੋਤ ਸਿੰਘ ਸਿੱਧੂ ਨੇ ਫਿਰ ਇੱਕ ਮਿੱਠੀ ਚਿੱਠੀ ਹਾਈ ਕਮਾਂਡ ਨੂੰ ਲਿਖ ਦਿੱਤੀ ਹੈ। ਇਹਨਾਂ ਤੇ ਹੋਰ ਬਹੁਤ ਸਾਰੀਆਂ ਮੁੱਦਿਆਂ ਤੇ ਚਰਚਾ ਕਰਾਂਗੇ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਜੀ ਸਾਡੇ ਮਾਹਿਰ ਮਹਿਮਾਨ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਰ। ਸਭ ਤੋਂ ਪਹਿਲਾਂ ਗੱਲ ਕਰੀਏ ਅੱਜ ਦੀ। ਅੱਜ ਦੇਸ਼ ਦੇ ਕਿਸਾਨਾਂ ਵੱਲੋਂ ਲਖੀਮਪੁਰ ਖੀਰੀ ਘਟਨਾ ਦੇ ਵਿਰੋਧ ਵਿੱਚ ਅਜੇ ਮਿਸ਼ਰਾ ਦੀ ਬਰਖਾਸਤਗੀ ਤੇ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ। ਕੀ ਕਹਿਣਾ ਚਾਹੋਗੇ? ਹਰਪ੍ਰੀਤ ਜੀ, ਤੁਸੀਂ ਲਫ਼ਜ਼ ਵਰਤਿਆ ਕਿ ਦੇਸ਼ ਭਰ ਦੇ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਜੀ, ਪਰ ਇਹ ਜਿਹੜਾ ਅੰਦੋਲਨ ਹੈ ਨਾ ਜੀ, ਸਹੀ ਮਾਇਨਿਆਂ ਦੇ ਵਿੱਚ ਜੀ ਜੇ ਦੇਸ਼ ਭਰ ਦੇ ਕਿਸਾਨਾਂ ਦਾ ਹੁੰਦਾ ਜੀ ਤੇ ਅੱਜ ਨਤੀਜੇ ਹੋਰ ਹੁੰਦੇ ਤੇ ਕਿਸਾਨ ਸੜਕਾਂ ਤੇ ਨਾ ਹੋ ਕੇ, ਰੇਲਵੇ ਟਰੈਕਾਂ ਤੇ ਨਾ ਹੋ ਕੇ ਜੀ ਘਰੋਂ ਘਰੀ ਬੈਠੇ ਹੁੰਦੇ। ਬਿਲਕੁਲ। ਸਰਕਾਰ ਨੂੰ ਵੀ ਸੁੱਖ ਦਾ ਸਾਹ ਆਉਂਦਾ ਤੇ ਆਮ ਲੋਕਾਂ ਨੂੰ ਵੀ ਸੁੱਖ ਦਾ ਸਾਹ ਆਉਂਦਾ ਜੀ। ਲਖੀਮਪੁਰ ਖੀਰੀ ਵਰਗੀਆਂ ਘਟਨਾਵਾਂ ਨਾ ਹੁੰਦੀਆਂ ਜੀ ਤੇ ਜੋ ਇੰਨੀਆਂ ਮੌਤਾਂ ਹੋਈਆਂ ਨੇ ਹੁਣ ਤੱਕ, ਕਿਸਾਨ ਮਾਰੇ ਗਏ ਨੇ, ਇਹ ਸਾਰੇ ਜਿਹੜੇ ਘਾਟੇ ਪਏ ਨੇ, ਕਿਸਾਨਾਂ ਨੇ ਆਪਣੀ ਜੇਬਾਂ 'ਚੋਂ ਪੈਸੇ ਖਰਚ ਕੇ ਬਿਲਕੁਲ ਇੰਨੀਆਂ ਵੱਡੇ ਪੱਧਰ 'ਤੇ ਸਟੇਜਾਂ, ਫਸਲਾਂ ਦਾ ਨੁਕਸਾਨ ਕਰਵਾ ਕੇ ਜਿਹੜੀ ਰਕਮ ਉਹਨਾਂ ਨੇ ਆਪਣੇ 'ਤੇ ਲਾਉਣੀ ਸੀ ਉੱਧਰ ਖਰਚਣੀ ਪਈ ਉਹਨਾਂ ਨੂੰ। ਸਾਰੇ ਦੇਸ਼ ਦਾ ਕਿਸਾਨ ਸ਼ਾਮਲ ਨਹੀਂ ਹੋਇਆ ਇਸ ਵਿੱਚ ਜੀ। ਇਹ ਕਿਸੇ ਕਿਸਾਨ ਜਥੇਬੰਦੀ ਨੂੰ ਤਾਂ ਮੇਰੀ ਗੱਲ ਭਾਵੇਂ ਬੁਰੀ ਲੱਗੇ ਜੀ, ਹਾਂ ਮਮਤਾ ਬੈਨਰਜੀ ਨੇ ਜ਼ਰੂਰ ਲਾਹਾ ਖਟਿਆ ਕਿਸਾਨ ਅੰਦੋਲਨ ਦਾ ਜੀ। ਸੱਤਾ ਵਿੱਚ ਵਾਪਸੀ ਹੋਈ ਹੈ। ਬਿਲਕੁਲ। ਬੀਬੀ ਜੀ ਤਾਂ ਇੱਥੇ ਕਿਤੇ ਇੱਕ ਅੱਧੀ ਵਾਰੀ ਆਏ ਹੋਣਗੇ ਜਾਂ ਕਿਸਾਨਾਂ ਦੇ ਹੱਕ ਦੀ ਗੱਲ ਤੇ ਸ਼ਾਇਦ 1 ਜਾਂ 2 ਵਾਰੀ ਕਿਤੇ ਕੀਤੀ ਹੋਵੇ। ਕਿਸਾਨ ਬੰਗਾਲ ਦਾ ਕਿਹੋ ਜਿਹਾ, ਇਸ ਬਾਰੇ ਵੀ ਅਸੀਂ ਗੱਲਾਂ ਉਦੋਂ ਸੁਣੀਆਂ ਸੀ। ਬਿਲਕੁਲ। ਕਿ ਥੋੜੀ ਜ਼ਮੀਨਾਂ ਵਾਲਾ ਤੇ ਵਿਚਾਰਾ ਨੰਗੇ ਪੈਰੀਂ ਇੱਥੇ। ਬਿਲਕੁਲ। ਮਾਲੀ ਹਾਲਤ ਬਹੁਤ ਪਤਲੀ ਹੈ ਬੰਗਾਲ ਦੇ ਕਿਸਾਨਾਂ ਦੀ, ਪਰ ਬੋਲ ਨਹੀਂ ਰਹੇ। ਮਮਤਾ ਬੈਨਰਜੀ ਦੀ ਸਰਕਾਰ ਬਣ ਗਈ ਹੈ। ਕਿਸਾਨ ਸਾਡੇ ਜਹਾਜ਼ ਦੇ ਜ਼ਰੀਏ, ਰੇਲਾਂ ਦੇ ਜ਼ਰੀਏ ਮਹਿੰਗੀਆਂ ਟਿਕਟਾਂ ਲੈ ਕੇ ਉੱਥੇ ਰੈਲੀਆਂ ਆਯੋਜਿਤ ਕਰਕੇ, ਸਟੇਜਾਂ ਲਾ ਕੇ, ਸਭ ਕੁਝ ਕਰਕੇ ਬੰਗਾਲੀਆਂ ਨੂੰ ਇਕੱਠ ਕਰਕੇ ਸੁਣਾ ਕੇ ਆਏ ਨੇ ਜੀ ਕਿ ਭਾਈ ਜਾਗੋ, ਜਾਗਣ ਦਾ ਵੇਲਾ ਹੈ। ਉਹ ਜਾਗੇ ਨੇ, ਵੋਟ ਪਾ ਦਿੱਤੀ ਹੈ ਜੀ, ਇਸ ਤੋਂ ਬਾਅਦ ਕੁਝ ਨਹੀਂ। ਹਾਂ, ਥੋੜ੍ਹਾ ਜਿਹਾ ਲਖੀਮਪੁਰ ਖੀਰੀ ਦੀ ਘਟਨਾ ਨੇ ਦੇਸ਼ ਨੂੰ ਜ਼ਰੂਰ ਹਿਲਾਉਣਾ ਜਿਹਾ ਦਿੱਤਾ ਜੀ, ਪਰ ਉਸ ਤੋਂ ਬਾਅਦ ਜਿਹੜੀ ਸਿੰਘੂ ਬਾਰਡਰ ਤੇ ਘਟਨਾ ਹੋਈ ਹੈ, ਉਸ ਨਾਲ ਲਖੀਮਪੁਰ ਖੀਰੀ ਦੀ ਘਟਨਾ ਜਿਹੜੀ ਹੈ, ਜੋ ਉਸ ਦੀ ਜਾਂਚ ਪ੍ਰਤੀ ਜੋ ਮੰਗਾਂ ਸੀ ਜਾਂ ਵਿਰੋਧੀ ਧਿਰ ਖਿਚਾਈ ਕਰ ਸਕਦੀ ਸੀ ਸਰਕਾਰ ਦੀ ਜੀ,
ਉਹ ਵੀ ਥੋੜੀ ਜਿਹੀ ਫਿੱਕੀ ਪੈ ਗਈ ਹੈ। ਬਿਲਕੁਲ। ਪਰ ਕਿਸਾਨ ਪੰਜਾਬ ਦੇ, ਹਰਿਆਣੇ ਦੇ, ਯੂਪੀ ਦੇ ਤੇ ਕੁਝ ਹੱਦ ਤੱਕ ਰਾਜਸਥਾਨ ਦੇ ਅਜੇ ਆਪਣੇ ਵਿਰੋਧ ਦੇ ਵਿੱਚ ਪੂਰੇ ਕਾਇਮ ਨੇ ਜੀ। ਪੰਜਾਬ ਅਜੇ ਵੀ ਉੱਪਰ ਹੈ ਜੀ। ਪੰਜਾਬ ਪਿੱਛੇ ਰਿਹਾ ਨਹੀਂ ਕਦੀ। ਅੰਨ ਪੈਦਾ ਕਰਨ ਵਾਲਾ ਵੀ ਪੰਜਾਬ ਹੈ ਤੇ ਆ ਪੈਦਾ ਕੀਤੇ ਹੋਏ ਅੰਨ ਦੀ ਕੀਮਤ ਮੰਗਣ ਦਾ, ਹੱਕ ਮੰਗਣ ਦਾ ਬਿਲਕੁਲ ਜਿਹੜਾ ਐਲਾਨ ਕੀਤਾ ਹੈ ਪੰਜਾਬ ਨੇ ਸ਼ੁਰੂ ਕੀਤਾ ਹੈ। ਮਨੋਹਰ ਲਾਲ ਖੱਟਰ ਤੇ ਉਹਨਾਂ ਦੇ ਸਾਥੀ ਭਾਵੇਂ ਪਹਿਲਾਂ ਇਹ ਕਹਿੰਦੇ ਸੀ ਕਿ ਇਹ ਸਿਰਫ ਪੰਜਾਬ ਦਾ ਅੰਦੋਲਨ ਹੈ, ਜੀ। ਇਹ ਲਫ਼ਜ਼ ਤਾਂ ਹੁਣ ਉਹ ਨਹੀਂ ਸ਼ਾਇਦ ਵਰਤਦੇ ਹੋਣ। ਬਿਲਕੁਲ। ਕਦੇ ਉਹ ਸਿੱਖਾਂ ਦੇ ਮਸਲਿਆਂ ਦੀ ਗੱਲ ਕਰਦੇ ਨੇ, ਕਦੀ ਇਹਨਾਂ ਨੂੰ ਵਿਦਰੋਹੀ ਆਖਦੇ ਨੇ, ਕਦੀ ਕੁਛ ਆਖਦੇ ਨੇ, ਕਦੇ ਖਾਲਿਸਤਾਨੀ, ਕਦੇ ਪਾਕਿਸਤਾਨੀ, ਸਭ ਕੁਝ ਨਾਮ ਦਿੱਤੇ ਗਏ ਨੇ। ਬਿਲਕੁਲ। ਕਿਸਾਨਾਂ ਨੇ ਹਰ ਤਰੀਕਾ ਸ਼ਾਂਤਮਈ ਅੰਦੋਲਨ ਕਰਨ ਦਾ ਅਪਣਾਇਆ ਪਿਛਲੇ 1.5 ਸਾਲ ਦੇ ਵਿੱਚ। ਜੀ। 1.5 ਸਾਲ ਮੈਂ ਤਾਂ ਆਖਿਆ, ਜੇ ਤੁਸੀਂ ਗੌਰ ਨਾਲ ਵੇਖੋ ਨਵੰਬਰ ਮਹੀਨੇ ਦੀ 24-25 ਤਰੀਕ ਨੂੰ ਸਿੰਘੂ ਬਾਰਡਰ ਤੇ ਲੱਗੇ ਮੋਰਚੇ ਨੂੰ 1 ਸਾਲ ਹੋ ਜਾਣਾ ਜੀ। ਪਰ ਉਸ ਤੋਂ ਪਹਿਲਾਂ ਪੰਜਾਬ ਵਿੱਚ ਤੇ 6 ਮਹੀਨੇ ਤੋਂ ਸੜਕਾਂ ਤੇ ਬੈਠੇ ਹੋਏ ਸੀ ਕਿਸਾਨ। ਬਿਲਕੁਲ। ਟੋਲ ਪਲਾਜ਼ੇ ਬੰਦ ਨੇ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿੰਨੇ ਚਿਰ ਤੋਂ ਬੰਦ ਨੇ ਭਾਈ। ਜੀ। ਰੇਲਾਂ ਉਦੋਂ ਵੀ ਰੋਕੀਆਂ ਗਈਆਂ ਸੀ, ਫਿਰ ਲੋਕਡਾਊਨ ਲੱਗ ਗਿਆ, ਕਰੋਨਾ ਦਾ ਵੀ ਕਾਲ ਆਇਆ ਤੇ ਇਹ ਵੀ ਆਖਿਆ ਗਿਆ ਕਿ ਦੇਖੋ ਇਹ ਕਰੋਨਾ ਨੂੰ ਵਧਾਉਣ ਦਾ ਯਤਨ ਕਰ ਰਹੇ ਨੇ, ਇਹ ਇਹਨਾਂ ਦੇ ਜ਼ਰੀਏ ਵੱਧ ਰਿਹਾ। ਜੀ। ਹਰ ਤਰ੍ਹਾਂ ਦੇ ਇਲਜ਼ਾਮ ਲੱਗੇ। ਕਿਸਾਨਾਂ ਨੇ ਹਰ ਤਰੀਕਾ ਜਿਹੜੀ ਸਰਕਾਰ ਨੂੰ ਨੀਂਦ ਤੋਂ ਜਗਾਉਣ ਲਈ ਵਰਤਿਆ। ਬਿਲਕੁਲ। ਸ਼ਾਂਤਮਈ ਤਰੀਕਾ। ਬਿਲਕੁਲ। ਹਾਲਾਂਕਿ ਹਰ ਮੌਸਮ ਜਿਹੜਾ ਕਿਸਾਨਾਂ ਨੇ ਉਹ ਦੇਖ ਲਿਆ, ਦਿੱਲੀ ਦੀਆਂ ਸੜਕਾਂ ਤੇ ਬੈਠੇ ਦੇਖ ਲਿਆ। ਸਾਲ ਹੋ ਗਿਆ ਜੀ। ਹੁਣ ਸਿਆਲ ਫੇਰ ਆ ਰਿਹਾ। ਜੀ। ਜੋ ਪਹਿਲਾਂ ਇਕੱਠ ਸੀ ਸਿੰਘੂ ਬਾਰਡਰ ਤੇ ਉਹਨਾਂ ਤੇ ਨਹੀਂ ਹੈ, ਪਰ ਜੇ ਕੱਲ੍ਹ ਨੂੰ ਕਿਤੇ ਸੱਦਾ ਹੋਵੇਗਾ ਤਾਂ ਫੇਰ ਕਿਸਾਨ ਇਕੱਠੇ ਹੋ ਜਾਣਗੇ। ਜੀ। ਪਰ ਉੱਥੋਂ ਸਿੰਘੂ ਬਾਰਡਰ ਤੋਂ ਇਹ ਵੀ ਨਹੀਂ ਭੁੱਲਣਾ ਚਾਹੀਦਾ ਵੀ ਜੇ ਉੱਥੇ ਇਕੱਠ ਘਟਿਆ ਤੇ ਹੋਰਨਾਂ ਪਾਸਿਆਂ ਦੇ ਵਿੱਚ ਕਿਸਾਨਾਂ ਨੇ ਆਪਣੀ ਰੀਚ ਵਧਾਈ ਹੈ। ਬਿਲਕੁਲ। ਮਹਾਂ ਪੰਚਾਇਤਾਂ ਕਿੱਥੇ ਕਿੱਥੇ ਹੋਈਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ। ਜੀ। ਹੁਣ ਲਖੀਮਪੁਰ ਖੀਰੀ ਦੀ ਘਟਨਾ ਨੇ ਸਾਰਿਆਂ ਨੂੰ ਹਿਲਾ ਦਿੱਤਾ ਤੇ ਸਰਕਾਰ ਦੀ ਚੁੱਪ ਤੇ ਸਰਕਾਰ ਦੀ ਜਿਹੜੀ ਇੱਕ ਕੰਮ ਨਾ ਕਰਨ ਦੀ ਕਾਬਲੀਅਤ ਸੀ ਉਸ ਤੇ ਜਿਹੜੀ ਸ਼ੰਕਾ ਜ਼ਾਹਿਰ ਹੋਈ ਹੈ ਵੀ ਕਾਰਵਾਈ ਹੋਈ ਕੋਈ ਨਹੀਂ। ਬਿਲਕੁਲ। ਅਜੇ ਮਿਸ਼ਰਾ ਦਾ ਪੁੱਤਰ ਜਿਹੜਾ ਹੈ ਉਹ ਗ੍ਰਿਫਤਾਰ ਹੈ। ਇਹ ਵੀ ਗੱਲਾਂ ਨਿਕਲ ਕੇ ਆਉਂਦੀਆਂ ਨੇ ਕਿ ਉਹ ਸਾਬਤ ਨਹੀਂ ਕਰ ਸਕਿਆ ਕਿ ਮੈਂ ਘਟਨਾ ਵਾਲੀ ਜਗ੍ਹਾ ਤੇ ਉੱਥੇ ਮੌਕੇ ਤੇ ਮੌਜੂਦ ਨਹੀਂ ਸੀ। ਬਿਲਕੁਲ। ਤੇ ਕਿਸਾਨਾਂ ਨੂੰ ਅੱਜ ਫਿਰ ਸੜਕਾਂ ਤੇ ਬੈਠਣਾ ਪਿਆ, ਰੇਲਾਂ ਰੋਕੀਆਂ ਹੋਈਆਂ ਨੇ ਇਸੇ ਮੰਗ ਨੂੰ ਲੈ ਕੇ ਕਿ ਦੱਸੋ ਤਾਂ ਸਹੀ ਕੀ ਹੋ ਰਿਹਾ ਹੈ, ਉਹਨੂੰ ਬਰਖਾਸਤ ਕਿਉਂ ਨਹੀਂ ਕੀਤਾ ਜਾਂਦਾ ਜਿਹਦਾ ਪੁੱਤਰ ਇੰਨੇ ਦਿਨਾਂ ਤੋਂ ਨਿਆਇਕ ਹਿਰਾਸਤ ਦੇ ਵਿੱਚ ਹੈ, ਉਹਦੀ ਜਾਂਚ ਕਈ ਏਜੰਸੀਆਂ ਕਰ ਰਹੀਆਂ ਨੇ, ਕਮਿਸ਼ਨ ਕਰ ਰਿਹਾ ਜੀ। ਤੇ ਤੁਸੀਂ ਉਹਦੇ ਬਾਪ ਨੂੰ ਮੰਤਰੀ ਦੇ ਅਹੁਦੇ ਤੇ ਬਿਠਾਇਆ ਹੋਇਆ, ਗ੍ਰਹਿ ਰਾਜ ਮੰਤਰੀ ਨੇ, ਇੰਨਾ ਵੱਡਾ ਅਹੁਦਾ ਹੈ, ਉਹ ਇਨਵੈਸਟੀਗੇਸ਼ਨ ਨੂੰ ਕਿਵੇਂ ਨਹੀਂ ਪ੍ਰਭਾਵਿਤ ਕਰਨ ਦੇ ਇਸ ਗੱਲ ਦਾ ਕੀ ਸਬੂਤ ਹੈ? ਬਿਲਕੁਲ। ਹਰ ਹਾਲ 'ਚ ਹੋਏਗੀ ਪ੍ਰਭਾਵਿਤ, ਹਰ ਹਾਲ 'ਚ ਹੋਏਗੀ। ਬਿਲਕੁਲ। ਕਿਸਾਨ ਇਹੋ ਹੀ ਮੰਗ ਕਰ ਰਹੇ ਨੇ। ਉਧਰੋਂ ਤੇ ਝੋਨੇ ਦਾ ਸੀਜ਼ਨ ਹੈ ਜੀ। ਝੋਨੇ ਦੀ ਕਟਾਈ ਜ਼ੋਰਾਂ ਤੇ ਹੈ, ਮੰਡੀਆਂ ਵਿੱਚ ਅੰਬਾਰ ਲੱਗੇ ਪਏ ਨੇ, ਮੌਸਮ ਵੀ ਥੋੜਾ ਥੋੜਾ ਕਿਤੇ ਕਿਤੇ ਖਰਾਬ ਹੋਇਆ ਹੈ। ਬਿਲਕੁਲ। ਪਰ ਕਿਸਾਨ ਸੜਕਾਂ ਤੇ ਬੈਠਣ ਲਈ ਮਜਬੂਰ ਹੈ। ਕਿਸਾਨ ਆਪਣੀ ਫਸਲ ਸਾਂਭੇ, ਅਗਲੀ ਫਸਲ ਦੀ ਤਿਆਰੀ ਕਰੇ, ਕਣਕ ਦੀ ਬਿਜਾਈ ਹੋਣੀ, ਹੋਰਨਾਂ ਫਸਲਾਂ ਦੀ ਹੋਣੀ ਹੈ ਤੇ ਕਿਸਾਨ ਇੱਧਰ ਰੇਲਾਂ ਰੋਕੇ ਖੈਰ ਬੈਠੇ ਨੇ। ਜਿੱਥੋਂ ਜਿੱਥੋਂ ਰਿਪੋਰਟਾਂ ਆਈਆਂ ਨੇ ਕਿ ਪੰਜਾਬ ਦੇ ਵਿੱਚ ਉੱਤਰੀ ਰੇਲਵੇ ਨੇ ਰਿਪੋਰਟ ਕੀਤੀ ਹੈ ਕਿ ਅਸੀਂ ਦਿੱਲੀ ਤੋਂ ਯੂਪੀ ਜਾਣ ਵਾਲੀਆਂ ਆਸੇ-ਪਾਸੇ ਨੂੰ ਤੋਂ ਏਰੀਏ ਤੋਂ ਉੱਤਰ ਪ੍ਰਦੇਸ਼ ਨੂੰ ਆਉਣ ਵਾਲੀਆਂ ਰੇਲਾਂ ਕਈ ਰੱਦ ਕੀਤੀਆਂ ਨੇ। ਪੰਜਾਬ ਵਿੱਚ ਤਕਰੀਬਨ ਸਾਰੇ ਰੇਲ ਜਿਹੜੇ ਮਾਰਗ ਨੇ ਉਹ ਬਲੌਕ ਨੇ। ਇਸੇ ਤਰ੍ਹਾਂ ਹਰਿਆਣੇ ਵਿੱਚ ਤਕਰੀਬਨ ਸਾਰੇ ਬਲੌਕ ਨੇ। 4 ਵਜੇ ਤੱਕ ਦਾ ਇਹ ਦੱਸਿਆ ਗਿਆ ਸਮਾਂ ਤੇ ਥਾਂ ਥਾਂ ਤੇ ਕਿਸਾਨ ਜਿਹੜੇ ਨੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਬੈਠੇ ਹੋਏ ਨੇ। ਰੇਲਵੇ ਦਾ ਆਪਣਾ ਸਿਸਟਮ ਹੁੰਦਾ ਹੈ ਹਰਪ੍ਰੀਤ ਜੀ। ਰੇਲਵੇ ਬਾਰੇ ਆਖਿਆ ਜਾਂਦਾ ਹੈ ਕਿ ਰੇਲਵੇ ਤੁਸੀਂ ਟਰੈਕ ਰੋਕਦੇ ਹੋ ਤਾਂ ਤੁਹਾਡੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਔਰ ਕੇਸ ਵੀ ਦਰਜ ਹੁੰਦੇ ਨੇ ਤੇ ਫਿਰ ਲੰਮੀਆਂ ਪੇਸ਼ੀਆਂ ਜਿਹੜੀਆਂ ਨੇ ਫਿਰੋਜ਼ਪੁਰ ਭੁਗਤਣ ਜਾਣੀਆਂ ਪੈਂਦੀਆਂ ਨੇ ਪੰਜਾਬ ਦੇ ਰੇਲ ਜਿਹਨਾਂ ਤੇ ਕੇਸ ਰੇਲਵੇ ਦਾ ਕੇਸ ਦਰਜ ਹੋਇਆ ਹੋਵੇ। ਬੜੇ ਸਖਤ ਨਿਯਮ ਹੁੰਦੇ ਨੇ ਜੀ। ਯੂਪੀ ਦੇ ਵਿੱਚ ਵੀ ਸਰਕਾਰ ਨੇ ਧਾਰਾ 144 ਲਾਗੂ ਕਰ ਦਿੱਤੀ ਤੇ ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਉੱਥੇ ਜਿਹੜਾ ਇਹਨਾਂ ਦਾ ਸਾਥ ਦੇਗਾ ਉਹਦੇ ਤੇ ਕੇਸ ਦਰਜ ਹੋਣਗੇ। ਲਖਨਊ ਦੇ ਵਿੱਚ ਇਹ ਲਖਨਊ ਦੇ ਆਸ-ਪਾਸ ਜਿਹੜੀ ਹੈ ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਜਿਹੜੀ ਹੈ ਉਹ ਲਾਗੂ ਕੀਤੀ ਗਈ ਹੈ। ਬਿਲਕੁਲ। ਔਰ ਇੰਨੀ ਵੱਡੀ ਗੱਲ ਕਿਹੜੀ ਸੀ ਕਿ ਜੇ ਤੁਸੀਂ ਇਸ ਤਰ੍ਹਾਂ ਦੀ ਦਫਾ 144 ਵੀ ਲਾਉਂਦੇ ਹੋ, ਕਿਸਾਨਾਂ ਨੇ ਤਾਂ ਰੋਕਣਾ ਜਦੋਂ ਉਹਨਾਂ ਨੇ ਗੱਲ ਕਹਿ ਦਿੱਤੀ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਰੋਕ ਰਹੇ ਹਾਂ। ਨਾ ਲਖੀਮਪੁਰ ਦੇ ਵਿੱਚ ਕਿਸਾਨ ਹਿੰਸਾ ਕਰ ਰਹੇ ਸੀ ਜਦੋਂ ਉਹਨਾਂ ਤੇ ਗੱਡੀ ਚਾੜ ਦਿੱਤੀ ਗਈ, ਨਾ ਇੱਥੇ ਕਰਨ ਦੀ ਕੋਈ ਗੁੰਜਾਇਸ਼ ਹੈ। ਸ਼ਰਾਰਤੀ ਅਨਸਰ ਤੇ ਕਿਤੇ ਵੀ ਹੋ ਸਕਦੇ ਨੇ, ਬਿਲਕੁਲ ਕਰਵਾ ਵੀ ਕੋਈ ਵੀ ਸਕਦਾ ਹੈ, ਪਰ ਕਿਸਾਨ ਸ਼ਾਂਤਮਈ ਤਰੀਕੇ ਨਾਲ ਬੈਠੇ ਹੋਏ ਨੇ। ਇਹ ਜੋ ਰਕੇਸ਼ ਟਕੈਤ ਦਾ ਬਿਆਨ ਸੀ ਉੱਤਰ ਪ੍ਰਦੇਸ਼ ਦੇ ਵਿੱਚ ਕਿ ਇਹ ਇੱਕ ਨਵਾਂ ਰੰਗਤ ਜਿਹੜਾ ਦਿੱਤੀ ਜਾਂਦੀ ਹੈ ਇਸ ਗੱਲ ਨੂੰ ਕਿ ਫਿਰਕੂ ਤਰੀਕੇ ਨਾਲ ਜਿਹੜਾ ਹੈ ਇਸ ਘਟਨਾ ਨੂੰ ਦੇਖਿਆ ਜਾਂਦਾ ਹੈ ਲਖੀਮਪੁਰ ਖੀਰੀ ਦੀ ਨੂੰ। ਉਹਨਾਂ ਨੇ ਕਿਹਾ ਕਿ ਅਜੇ ਮਿਸ਼ਰਾ ਦੀ ਪੂਰਨ ਤੌਰ ਤੇ ਜਾਂਚ ਹੋਵੇ। ਇਸ ਦੇ ਵਿਰੁੱਧ ਪਹਿਲਾਂ ਵੀ ਗੱਲ ਹੈ
ਕਿ ਹਿੰਦੂ ਸਿੱਖਾਂ ਦੇ ਵਿਚਕਾਰ ਟਕਰਾਅ ਪੈਦਾ ਕਰਨ ਵਾਲਾ ਇੱਕ ਵਾਹਿਦ ਸ਼ਖਸ ਹੈ ਤੇ ਇਸ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਤੇ ਮੰਤਰੀ ਮੰਡਲ ਤੋਂ ਉਸ ਦਾ ਅਸਤੀਫਾ ਲਿਆ ਜਾਵੇ ਜੀ ਇਹੋ ਹੀ ਉਹਨਾਂ ਨੇ ਮੰਗ ਕੀਤੀ ਹੈ। ਪਰ ਅੱਜ ਅੰਦੋਲਨ ਅਜੇ ਤੱਕ ਸ਼ਾਂਤਮਈ ਚੱਲ ਰਿਹਾ। ਜੀ ਕੁਲਦੀਪ ਜੀ, ਜੇ ਹੁਣ ਅਸੀਂ ਗੱਲ ਕਰ ਲਈਏ ਕਾਂਗਰਸ ਦੀ, ਪੰਜਾਬ ਕਾਂਗਰਸ ਦਾ ਉਹੀ ਕਾਟੋ ਕਲੇਸ਼ ਮੁੜ ਸਾਹਮਣੇ ਆਂਦਾ। ਬੇਸ਼ੱਕ ਇੱਕ ਵਾਰੀ ਲੱਗਦਾ ਹੈ ਕਿ ਹੁਣ ਇਹਨੂੰ ਵਿਰਾਮ ਲੱਗ ਗਿਆ, ਪਰ ਜਾਪਦਾ ਨਹੀਂ ਕਿ ਇਹ ਵਿਰਾਮ ਲੱਗ ਗਿਆ। ਤੇ ਹੁਣ ਪਿੱਛੇ ਜੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੀ ਆਪਸ ਵਿੱਚ ਮਿਲਣੀ ਦੀਆਂ ਖਬਰਾਂ ਵੀ ਬੜੀਆਂ ਉੱਠੀਆਂ ਸੀ, ਸਾਨੂੰ ਪਤਾ ਹੈ। ਪਰ ਉਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ। ਕਹਿੰਦੇ ਨੇ ਕਿ ਜਿਹੜੇ ਭਾਵ ਦਿਲ ਦੇ ਸਾਡੇ ਅਸੀਂ ਬੋਲ ਕੇ ਨਹੀਂ ਦੱਸ ਸਕਦੇ, ਉਹ ਚਿੱਠੀਆਂ ਬੜੇ ਸੋਹਣੇ ਤਰੀਕੇ ਨਾਲ ਦੱਸ ਦਿੰਦੇ ਨੇ। ਤੇ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਨੇ ਸ਼ਾਇਦ ਜਿਹੜੀ ਚਿੱਠੀ ਹਾਈ ਕਮਾਂਡ ਨੂੰ ਲਿਖੀ ਹੈ ਉਹਦੇ ਵਿੱਚ ਉਹਨਾਂ ਨੇ ਆਪਣਾ ਦਿਲ ਦਾ ਹਾਲ ਬਿਆਨ ਕੀਤਾ ਪੰਜਾਬ ਕਾਂਗਰਸ ਦੇ ਨਾਲ ਸੰਬੰਧਿਤ। ਕੀ ਕਹਿਣਾ ਚਾਹੋਗੇ? ਦੇਖੋ ਗੱਲ ਹੈ ਜੀ, ਨਵਜੋਤ ਸਿੰਘ ਸਿੱਧੂ ਨੇ ਜਿਹੜੀ ਚਿੱਠੀ ਲਿਖੀ ਹੈ ਜੀ, ਉਹ ਅਜੇ 2 ਦਿਨ ਪਹਿਲਾਂ ਤਾਂ ਹਾਈ ਕਮਾਂਡ ਨੂੰ ਮਿਲ ਕੇ ਆਏ ਨੇ। ਬਿਲਕੁਲ। ਤੇ ਉੱਥੇ ਗੱਲਾਂ ਕਰ ਆਉਂਦੇ ਸਾਰੀਆਂ ਜੀ, ਉੱਥੇ ਨੂੰ ਜਾਣ ਲੱਗੇ ਕਹਿੰਦੇ ਸੀ ਵੀ ਅਸੂਲਾਂ ਨਾਲ ਸਮਝੌਤਾ ਕੋਈ ਨਹੀਂ ਜੀ। ਉੱਥੋਂ ਨਿਕਲ ਕੇ ਕਹਿੰਦੇ ਨੇ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਤੇ ਸੋਨੀਆ ਦਾ ਹਰ ਹੁਕਮ ਮੇਰੇ ਸਿਰ ਮੱਥੇ ਹੋਵੇਗਾ। ਬਿਲਕੁਲ। ਫਿਰ ਚਰਨਜੀਤ ਚੰਨੀ ਜੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ। ਬਿਲਕੁਲ। ਅਸਤੀਫੇ ਤੋਂ ਬਾਅਦ ਇਹ ਦੂਸਰੀ ਮੁਲਾਕਾਤ ਹੋਈ ਹੈ ਜੀ, ਔਰ ਰਾਤ ਦੇ ਖਾਣੇ ਤੇ ਹੋਈ ਹੈ। ਔਰ ਰਾਤ ਦੇ ਖਾਣੇ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਕਹਿੰਦੇ ਨੇ ਕਿ ਸੁਖਾਵੇਂ ਮਾਹੌਲ 'ਚ ਹੋਈਆਂ ਨੇ। ਖਾਣਾ ਵੀ ਇਕੱਠਿਆਂ ਨੇ ਖਾਧਾ ਹੋਵੇਗਾ। ਬਿਲਕੁਲ। ਪਰ ਉਸ ਨਾਲ ਇਹ ਆਈਡੀਆ ਕਿਤੇ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਹੁਣ ਠਹਿਰ ਗਏ ਨੇ ਤੇ ਟਿਕਾ ਉਹਨਾਂ ਦਾ ਹੋ ਗਿਆ ਤੇ ਅੱਗੇ ਤੋਂ ਕੋਈ ਗੱਲ ਨਹੀਂ ਕਰਨਗੇ। ਜੀ। ਨਵਜੋਤ ਸਿੰਘ ਸਿੱਧੂ ਨੇ ਫਿਰ ਆਪਣੀ ਫਰਸਟ੍ਰੇਸ਼ਨ ਜਿਹੜੀ ਹੈ ਉਹ ਕੱਢਣੀ ਜਾਰੀ ਰੱਖੀ ਹੈ। ਜੀ। ਜੇ ਉਹ ਹਾਈ ਕਮਾਂਡ ਨੂੰ ਮਿਲ ਕੇ ਆਉਂਦੇ ਨੇ ਤਾਂ ਫਿਰ ਉਹੀ ਗੱਲਾਂ ਕਰਦੇ ਨੇ। ਇਹਦਾ ਮਤਲਬ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਵਾਕਿਆ ਹੀ ਉਹ ਗੱਲ ਕਹਿ ਆਉਂਦੇ ਨੇ ਹਾਈ ਕਮਾਂਡ ਨੂੰ ਮੌਕੇ ਤੇ, ਕੋਈ ਨਹੀਂ ਠੀਕ ਹੈ ਸਾਰਾ ਕੁਝ, ਤੇ ਫਿਰ ਆ ਕੇ ਆਪਣੀ ਸੂਈ ਉੱਥੇ ਹੀ ਰੱਖਦੇ ਆ। ਮੇਰਾ ਖਿਆਲ ਹੈ ਕਿ ਜਿਹੜੀ ਉਹਨਾਂ ਨੇ ਇੱਕ ਗੱਲ ਕੀਤੀ ਹੋਈ ਹੈ ਕਿ ਮੈਂ ਰਾਜਨੀਤੀ ਮੁੱਦਿਆਂ ਦੀ ਕਰਨੀ ਹੈ, ਜੀ, ਉਹ ਮੁੱਦਿਆਂ ਤੇ ਖਲੋਤੇ ਨੇ ਅਜੇ ਵੀ। ਜੀ। 13 ਨੁਕਾਤੀ ਮੁੱਦੇ ਜਿਹੜੇ ਨੇ, ਜਿਸ ਦੇ ਵਿੱਚ ਜ਼ਮੀਨ, ਰੇਤ, ਸ਼ਰਾਬ, ਟਰਾਂਸਪੋਰਟ, ਮਹਿੰਗੀ ਬਿਜਲੀ, ਨਸ਼ਿਆਂ ਦਾ ਜਿਹੜਾ ਮੁੱਦਾ ਹੈ, ਬੇਰੁਜ਼ਗਾਰੀ ਦਾ ਮੁੱਦਾ, ਸਾਰਿਆਂ ਤੇ ਉਹਨਾਂ ਨੇ ਡੈਮੇਜ ਕੰਟਰੋਲ ਦੀ ਗੱਲ ਆਖੀ ਹੈ ਹਾਈ ਕਮਾਂਡ ਨੂੰ, ਜੀ, ਕਿ ਆਖਰੀ ਮੌਕਾ ਹੈ ਸਾਡੇ ਕੋਲ ਇਸ ਨੂੰ ਸੰਭਾਲਣ ਦਾ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਮੁੱਦੇ ਸਿੱਧੂ ਉਠਾ ਰਹੇ ਨੇ, ਜਿਵੇਂ ਵਿਰੋਧੀ ਧਿਰ ਦਾ ਇਹ ਕੰਮ ਹੁੰਦਾ ਹੈ ਕਿ ਸਰਕਾਰ ਨੂੰ ਖਿੱਚੇ ਕਿ ਤੁਸੀਂ ਚੋਣਾਂ ਵੇਲੇ ਆ ਭਾਈ ਵਾਅਦੇ ਕੀਤੇ ਸਨ, ਇਹਨਾਂ ਵਿੱਚੋਂ ਕਿਹੜਾ ਪੂਰਾ ਕੀਤਾ, ਸਾਨੂੰ ਹਿਸਾਬ ਤਾਂ ਦਿਓ, ਇਹਨਾਂ ਵਿੱਚੋਂ ਤੁਸੀਂ ਆਹ ਗੱਲ ਕੀਤੀ ਸੀ ਉਹਦਾ ਕੀ ਕੀਤਾ। ਇਹ ਕੰਮ ਵਿਰੋਧੀ ਧਿਰ ਵਾਲਾ ਨਵਜੋਤ ਸਿੰਘ ਸਿੱਧੂ ਕਰ ਰਹੇ ਨੇ। ਔਰ ਰੇਅਰਲੀ ਇਦਾਂ ਹੋਇਆ ਹੋਵੇਗਾ ਕਿ ਕਾਂਗਰਸ ਪਾਰਟੀ ਨੂੰ ਇਸ ਤਰ੍ਹਾਂ ਅੰਦਰੋਂ ਇਸ ਖਾਸ ਕਿਸਮ ਦੀ ਮੁਖਾਲਫਤ ਦਾ ਸਾਹਮਣਾ ਕਰਨਾ ਪਿਆ ਹੋਵੇ। ਨਵਜੋਤ ਸਿੰਘ ਸਿੱਧੂ ਕੋਸ਼ਿਸ਼ ਤੇ ਕਰਦੇ ਨੇ ਕਿ ਕਿਸੇ ਤਰ੍ਹਾਂ ਮੁੱਦਿਆਂ ਦੀ ਗੱਲ ਹੀ ਕਰੀਏ, ਪਰ ਖਲਾਰਾ ਜਦੋਂ ਪੈ ਜਾਂਦਾ ਹੈ ਤੇ ਫਿਰ ਹਾਈ ਕਮਾਂਡ ਨੂੰ ਵੀ ਭੱਜਣਾ ਪੈਂਦੀਆਂ ਨੇ, ਫਿਰ ਬਿਆਨ ਦਾਗਣੇ ਪੈਂਦੇ ਨੇ। ਜਿਹੜੇ ਉਹਨਾਂ ਨੂੰ ਲੰਮੇ ਹੱਥੀਂ ਲੈਣ ਵਾਲੇ ਪੰਜਾਬ ਕਾਂਗਰਸ ਦੇ ਵਿੱਚ ਲੋਕ ਨੇ, ਉਹ ਫਿਰ ਬਾਹਰ ਨਿਕਲ ਆਉਂਦੇ ਨੇ। ਦੇਖੋ ਜੀ, ਇਹ ਬੰਦਾ ਕੀ ਕਹਿ ਰਿਹਾ, ਆਪਣੀ ਸਰਕਾਰ ਦੇ ਖਿਲਾਫ ਬੋਲ ਰਿਹਾ। ਗੱਲ ਖਿਲਾਫ ਬੋਲਣ ਦੀ ਨਹੀਂ ਹੈ, ਗੱਲ ਤੇ ਮੁੱਦਿਆਂ ਦੀ ਹੈ। ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫੇਰ ਇਹ ਮੁੱਦੇ ਉਠਾਏ ਨੇ ਤੇ ਲੱਗਦਾ ਇਸ ਤਰ੍ਹਾਂ ਕਿ ਉਹ ਉਠਾਉਂਦੇ ਰਹਿਣਗੇ। ਜੀ ਕੁਲਦੀਪ ਜੀ, ਇਹ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਕੁਲਦੀਪ ਜੀ, ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਅਸੀਂ ਨਵਜੋਤ ਸਿੰਘ ਸਿੱਧੂ ਦੀਆਂ ਚਿੱਠੀਆਂ ਦੀ। ਉਹਨਾਂ ਦਾ ਵਿਹਾਰ ਦੇਖ ਕੇ ਸਿੱਧੂ ਦਾ ਤਾਂ ਇਦਾਂ ਲੱਗਦਾ ਹੈ ਕਿ ਇੱਕ ਵੇਲੇ ਤਾਂ ਸ਼ਾਂਤੀ ਹੋ ਗਈ ਹੈ ਤੇ ਹੁਣ ਸਭ ਕੁਝ ਆਲ ਇਜ਼ ਵੈਲ, ਪਰ ਫਿਰ ਥੋੜੀ ਦੇਰ ਬਾਅਦ ਉਹੀ ਤੂਫਾਨ ਫਿਰ ਵਾਪਸ ਤੋਂ ਉੱਠ ਪੈਂਦਾ। ਤੁਹਾਨੂੰ ਕੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ, ਉਹ ਉਹਨਾਂ ਦੇ ਆਪਣੇ ਦਿਲ ਦਿਮਾਗ ਦੀ ਉਪਜ ਹੈ ਜਾਂ ਫਿਰ ਕੁਝ ਹੋਰ ਹੈ? ਦੇਖੋ ਗੱਲ ਇਹ ਹੈ ਜੀ, ਜੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਕਲੋਜ਼ਲੀ ਵਾਚ ਕਰਦੇ ਆ ਜੀ ਤੇ ਉਹਨਾਂ ਦਾ ਪਿਛਲੇ 4-5 ਸਾਲ ਦਾ ਸਫ਼ਰ ਵੇਖਦੇ ਆ ਜੀ, ਫਿਰ ਤਾਂ ਲੱਗਦਾ ਹੈ ਕਿ ਉਹਨਾਂ ਦੀ ਆਪਣੀ ਉਪਜ ਹੈ। ਕਿਉਂਕਿ ਸਰਕਾਰ ਵਿੱਚ ਉਹ ਸ਼ਾਮਲ ਸਨ, ਮੰਤਰੀ ਸਨ। ਬਿਲਕੁਲ। ਮੰਤਰੀ ਹੋਰ ਵੀ ਕਈ ਇਹੋ ਜਿਹੇ ਸੀ ਸਰਕਾਰ ਦੇ ਵਿੱਚ ਜਿਹੜੇ ਮੰਤਰੀ ਤੇ ਬਣਾਉਣੇ ਪੈਣੇ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਜੀ, ਪਰ ਉਹਨਾਂ ਦੀ ਕੋਈ ਬਹੁਤੀ ਪੁੱਛ ਪੜਤਾਲ ਨਹੀਂ ਹੋਈ। ਜਿਨ੍ਹਾਂ ਦੀ ਹੁੰਦੀ ਵੀ ਸੀ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸਨ ਜੀ, ਉਹਨਾਂ ਬਾਰੇ ਵੀ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਉਹ ਆਪਣੇ ਸਿਰ ਖੁਦ ਹੋ ਕੇ ਫੈਸਲੇ ਲੈਂਦੇ ਸਨ। ਬਿਲਕੁਲ। ਪੁੱਛਣਾ ਤੇ ਮੋਤੀਆਂ ਵਾਲੀ ਸਰਕਾਰ ਨੂੰ ਹੀ ਪੈਂਦਾ ਸੀ। ਹੁਣ ਜਿਹੜੇ ਨਹੀਂ ਉਹਨਾਂ ਦੇ ਨਜ਼ਦੀਕ ਸਨ ਜੀ,
ਉਹਨਾਂ ਬਾਰੇ ਤੇ ਗੱਲ ਸਪਸ਼ਟ ਹੈ ਕਿ ਉਹ ਤੇ ਕੋਈ ਆਪਣੇ ਸਿਰ ਖੁਦ ਹੋ ਕੇ ਫੈਸਲਾ ਲੈ ਹੀ ਨਹੀਂ ਸਕਦੇ ਸੀ। ਜੀ ਹੁਣ ਇਹ ਗੱਲ ਪੱਕੀ ਹੈ, ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਕਾਰਡਸ ਜਿਹੜੇ ਆ ਉਹ ਆਪਣੇ ਕੋਲ ਰੱਖੇ ਹੋਏ ਸੀ ਜੀ ਤੇ ਜਿੱਧਰੋਂ ਵੀ ਉਂਗਲੀ ਘਮਾਉਂਦੇ ਸੀ ਉਹੀ ਘਮਾਉਂਦੇ ਸੀ। ਮੰਤਰੀਆਂ ਨੂੰ ਸਿਰਫ ਅਹੁਦੇ ਦਿੱਤੇ ਹੋਏ ਸੀ ਜਾਂ ਗੱਡੀਆਂ ਮਿਲੀਆਂ ਹੋਈਆਂ ਸੀ। ਜੀ ਥੋੜਾ ਬਹੁਤਾ ਸ਼ਾਇਦ ਕਿਸੇ ਨੇ ਆਪਣੇ ਮਤਲਬ ਨਾਲ ਫੈਸਲਾ ਲਿਆ ਹੋਵੇ, ਪਰ ਪੂਰੇ ਦਾ ਪੂਰੀ ਜਿਹੜੀ ਕਾਰਵਾਈ ਚੱਲਦੀ ਹੈ ਉਹ ਸਿਸਮਾ ਫਾਰਮ ਤੋਂ ਚੱਲਦੀ ਸੀ। ਜੀ ਹੁਣ ਨਵਜੋਤ ਸਿੰਘ ਸਿੱਧੂ ਅਸਤੀਫਾ ਦੇ ਕੇ ਪਾਸੇ ਹੋ ਜਾਂਦੇ ਨੇ। ਕਈ ਸਾਲ ਹੋ ਗਏ ਨੇ ਇਸ ਗੱਲ ਨੂੰ। ਜੀ ਕਰਤਾਰਪੁਰ ਦੇ ਲਾਂਘੇ ਵਾਲੀ ਵੀ ਗੱਲ ਆਉਂਦੀ ਹੈ, ਫਿਰ ਉਹਨਾਂ ਨੂੰ ਦੁਬਾਰਾ ਮੰਤਰੀ ਬਣਾਉਣ ਦੀ ਗੱਲ ਆਉਂਦੀ ਹੈ, ਫਿਰ ਹੌਲੀ ਹੌਲੀ ਉਹ ਪੱਤੇ ਖੋਲ੍ਹਣੇ ਸ਼ੁਰੂ ਕਰਦੇ ਨੇ। ਜੀ ਬੰਗਾਲ ਵਿੱਚ ਵੀ ਚੋਣਾਂ ਹੁੰਦੀਆਂ ਨੇ, ਸਭ ਕੁਝ ਹੁੰਦਾ ਹੈ। ਹੁਣ ਵੀ ਜਿਹੜੀ ਚਿੱਠੀ ਉਹ ਲਿਖ ਰਹੇ ਨੇ, ਚਿੱਠੀ ਦੇ ਵਿੱਚ ਉਹ ਪੰਜਾਬ ਮਾਡਲ ਪੇਸ਼ ਕਰ ਰਹੇ ਨੇ। ਜੀ ਮਾਡਲ ਤੇ ਪਹਿਲਾਂ ਕਈ ਵਾਰੀ ਪੇਸ਼ ਕਰ ਚੁੱਕੇ ਨੇ, ਜੀ ਦੁਬਾਰਾ ਉਸਨੂੰ ਰਿਪੀਟ ਕਰਨ ਦੀ ਕੀ ਲੋੜ ਹੈ ਕਿ ਲੋਕਾਂ ਨੂੰ ਮੁੱਦੇ ਤੁਸੀਂ ਚੇਤੇ ਕਰਾ ਰਹੇ ਹੋ। ਬਿਲਕੁਲ। ਤੇ ਜੇ ਇੰਨੀ ਯਾਦਦਾਸ਼ਤ ਲੋਕਾਂ ਦੀ ਕਮਜ਼ੋਰ ਹੈ ਤੇ ਫਿਰ ਸਾਡੇ ਮੰਤਰੀ ਸਾਹਿਬ ਜਾਂ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀ ਤਾਂ ਬਹੁਤ ਤੇਜ਼ ਹੋਣੀ ਚਾਹੀਦੀ ਹੈ। ਉਹਨਾਂ ਨੂੰ ਤਾਂ ਪਤਾ ਹੀ ਹੋਣਾ ਚਾਹੀਦਾ ਤੁਸੀਂ ਲੋਕਾਂ ਨੂੰ ਜਨਤਕ ਚਿੱਠੀ ਕਰਕੇ ਕੀ ਦਿਖਾ ਰਹੇ ਹੋ। ਬਿਲਕੁਲ। ਤੁਸੀਂ ਹਾਈ ਕਮਾਂਡ ਨੂੰ ਮਿਲ ਕੇ ਆਉਂਦੇ ਹੋ, ਜੀ ਚਿੱਠੀ ਤੁਸੀਂ ਜਨਤਕ ਕਰਦੇ ਹੋ। ਜੀ ਇਸ ਤੋਂ ਪਹਿਲਾਂ ਜਿਹੜੀ ਮੀਟਿੰਗ ਕੀਤੀ ਸੀ ਤੁਸੀਂ ਉਹਦੇ ਵਿੱਚ ਕੀ ਵਿਚਾਰਨਾ ਸੀ ਤੇ ਕੀ ਵਿਚਾਰਿਆ, ਕੀ ਉਹ ਵੀ ਜਨਤਕ ਕੀਤਾ ਸੀ? ਜੀ ਨਹੀਂ, ਸਿਰਫ ਉਨੀ ਚੀਜ਼ ਜਨਤਕ ਕੀਤੀ ਜਾਂਦੀ ਹੈ ਜਿੰਨੀ ਲੋਕਾਂ ਨੂੰ ਵਿਖਾਉਣੀ ਹੋਵੇ। ਬਿਲਕੁਲ। ਦੱਸਣਾ ਗਿਆ ਜਿੱਥੇ ਦੱਸਣਾ ਹੋਵੇ ਕਿ ਅਸੀਂ ਇਹ ਗੱਲ ਕਰਨੀ ਹੈ, ਜੀ ਅਸੀਂ ਨਿਯਮਾਂ ਨਾਲ ਸਮਝੌਤਾ ਨਹੀਂ, ਅਸੂਲਾਂ ਨਾਲ ਸਮਝੌਤਾ ਨਹੀਂ ਕਰਾਂਗੇ। ਐਡਵੋਕੇਟ ਜਨਰਲ, ਡੀਜੀਪੀ, ਫਲਾਨਾ ਮੁੱਦਿਆਂ ਦੀ ਜਦੋਂ ਗੱਲ ਕਰਨੀ ਫਿਰ ਜਿਹੜਾ ਪਲੇਟਫਾਰਮ ਹੈ ਜਿਹੜਾ ਸੋਸ਼ਲ ਮੀਡੀਆ ਦਾ ਉਹਨੂੰ ਵਰਤਿਆ ਜਾਂਦਾ। ਜੀ ਹੁਣ ਇੱਕ ਵਿਅਕਤੀ ਦਾ ਨਾਮ ਆਉਂਦਾ ਜੀ ਉਹ ਵਿਅਕਤੀ ਹੈ ਪ੍ਰਸ਼ਾਂਤ ਕਿਸ਼ੋਰ। ਜੀ ਪ੍ਰਸ਼ਾਂਤ ਕਿਸ਼ੋਰ ਦਾ ਜਿਹੜਾ ਰਿਕਾਰਡ ਹੈ ਜੀ ਉਹ ਇਹ ਇਸ ਤਰ੍ਹਾਂ ਦਾ ਹੈ ਕਿ ਉਹ ਇਹ ਚੋਣ ਰਣਨੀਤੀਕਾਰ ਵਜੋਂ ਉਹ ਮਸ਼ਹੂਰ ਨੇ। ਬਿਲਕੁਲ। 44-45 ਸਾਲ ਉਹਨਾਂ ਦੀ ਉਮਰ ਹੈ। ਚੋਣ ਰਣਨੀਤੀਕਾਰ ਆਪਣੇ ਆਪ ਨੂੰ ਖਵਾਉਣਾ ਉਹ ਪਸੰਦ ਨਹੀਂ ਕਰਦੇ। ਜੀ ਉਹਨਾਂ ਕੋਲ ਆਈਪੈਕ ਨਾਂ ਦੀ ਕੰਪਨੀ ਵੀ ਹੈ। ਜੀ ਇੱਕ ਅੰਦਾਜ਼ੇ ਮੁਤਾਬਕ ਉਸ ਵਿੱਚ 4000 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਨੇ। ਜੀ ਕਹਿੰਦੇ ਬਿਹਾਰ ਦੇ ਵਿੱਚ ਜਦੋਂ ਇੱਕ ਵਾਰੀ ਉਹਨਾਂ ਨੂੰ ਡਿਊਟੀ ਲਾਈ ਗਈ ਸੀ ਨਿਤਿਸ਼ ਕੁਮਾਰ ਵੱਲੋਂ ਜੀ ਕਿ ਚੋਣਾਂ ਲੜਨਾ ਤੇ ਮੇਰੀ ਮਦਦ ਕਰੋ, ਪਲੈਨਿੰਗ ਤਿਆਰ ਕਰਨੀ ਹੈ, ਤੇ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੇ ਪਿੰਡ ਦੇ ਵਿੱਚ ਇਹ ਟੀਮ ਭੇਜੀ। ਬਕੌਲ ਖੁਦ ਉਹ ਦੱਸਦੇ ਨੇ ਕਿ ਹਰ ਜਗ੍ਹਾ ਤੇ ਟੀਮ ਭੇਜੀ ਤੇ ਲੋਕਾਂ ਨੂੰ ਪਹਿਲੀਆਂ ਜਿਹੜੀਆਂ 5 ਦਰਪੇਸ਼ ਮੁਸ਼ਕਲਾਂ ਉਹ ਲਿਖ ਕੇ ਲਿਆਉਣ ਲਈ ਆਖਿਆ। ਜੀ ਕਹਿੰਦੇ ਕਿ ਸਭ ਤੋਂ ਵੱਡੀ ਡਰੇਨੇਜ ਦੀ ਸਮੱਸਿਆ ਜਿਹੜੀ ਹੈ ਉਹ ਪਾਈ ਗਈ ਕਿ ਘਰਾਂ ਦੇ ਪਾਣੀ ਦੀ ਨਿਕਾਸੀ ਜਿਹੜੀ ਆ ਪਿੰਡਾਂ ਵਿੱਚ ਵੀ ਜਾਂ ਹੋਰ ਕਿਤੇ ਵੀ ਉਸ ਗੱਲੇ ਬਹੁਤ ਜ਼ਿਆਦਾ ਲੜਾਈਆਂ ਹੁੰਦੀਆਂ ਨੇ ਤੇ ਲੋਕ ਉਸ ਤੋਂ ਬਹੁਤ ਜ਼ਿਆਦਾ ਦੁਖੀ ਰਹਿੰਦੇ ਨੇ। ਜੀ ਇੱਥੋਂ ਤੱਕ ਕਿ ਥਾਣਿਆਂ ਦੇ ਵਿੱਚ FIR ਵੀ ਚੈੱਕ ਕੀਤੀਆਂ ਗਈਆਂ ਤੇ ਜ਼ਿਆਦਾ ਇਸੇ ਝਗੜੇ ਬਾਬਤ ਸਨ। ਜੀ ਪ੍ਰਸ਼ਾਂਤ ਕਿਸ਼ੋਰ ਨੇ ਸਰਕਾਰ ਦੇ ਮੂਹਰੇ ਰੱਖ ਦਿੱਤੀ ਕਿ ਇਸ ਮੁੱਦੇ ਤੇ ਕੰਮ ਕਰੋ ਸਭ ਤੋਂ ਵੱਧ, ਬਾਕੀਆਂ ਤੇ ਫੇਰ ਗੱਲ ਕਰਾਂਗੇ। ਜੀ ਕੰਮ ਹੋਇਆ ਤੇ ਨਿਤਿਸ਼ ਕੁਮਾਰ ਜਿੱਤ ਗਏ। ਜਦੋਂ ਨਿਤਿਸ਼ ਕੁਮਾਰ ਦੇ ਨਾਲ ਸਨ ਉਹਨਾਂ ਦੇ ਆਪਣੇ ਘਰ ਤੇ ਬੁਲਡੋਜ਼ਰ ਵੀ ਚੱਲਣ ਦੀ ਕੋਸ਼ਿਸ਼ ਹੋਈ, ਵਿਰੋਧੀ ਧਿਰ ਵੱਲੋਂ ਕੀਤੀ ਗਈ, ਕੇਂਦਰ ਸਰਕਾਰ ਵੱਲੋਂ, ਕਿ ਤੁਸੀਂ ਕਿਉਂ ਉਹਨਾਂ ਦੀ ਮਦਦ ਕੀਤੀ ਹੈ। ਉਦੋਂ ਭਾਜਪਾ ਦੇ ਨਾਲ ਸਾਂਝ ਨਹੀਂ ਸੀ। ਜੀ ਪ੍ਰਸ਼ਾਂਤ ਕਿਸ਼ੋਰ ਨੇ ਕਹਿੰਦੇ ਨੇ ਕਿ ਪਿਛਲੇ 10 ਸਾਲਾਂ 'ਚ ਜੋ ਖੁਦ ਕਹਿੰਦੇ ਨੇ, ਜੀ ਕਹਿੰਦੇ ਮੈਂ ਕਦੇ ਲੈਪਟਾਪ ਨਹੀਂ ਵਰਤਿਆ, ਉਹਨਾਂ ਨੇ ਕਦੇ ਟੀਵੀ ਨਹੀਂ ਦੇਖਿਆ, ਖਬਰਾਂ ਨਹੀਂ ਦੇਖੀਆਂ, ਫੋਨ ਉਹਨਾਂ ਕੋਲ ਹੈ ਸਿਰਫ ਉਸ ਨੂੰ ਆਪਣੇ ਮਾੜੇ ਮੋਟੇ ਕੰਮ ਲਈ ਗੱਲਬਾਤ ਕਰਨ ਲਈ ਵਰਤਦੇ ਨੇ। ਜੀ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਪਲੈਨਿੰਗ ਤੋਂ ਬਿਨਾ ਹੋਰ ਕੋਈ ਸ਼ੌਕ ਨਹੀਂ ਹੈ, ਮੈਨੂੰ ਨਾ ਕਿਸੇ ਖੇਡ ਦਾ ਹੈ ਨਾ ਹੋਰ ਹੈ, ਮੈਂ ਸਿਰਫ ਕੰਮ ਵਾਲਾ ਬੰਦਾ। ਬਿਲਕੁਲ। ਮੱਕੜੀ ਜਾਲ ਬੁਣਨਾ ਆਂਦਾ ਉਹਨਾਂ ਨੂੰ। ਬਿਲਕੁਲ। 2011 ਤੋਂ ਬਾਅਦ ਜਿੰਨੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਇਸ ਰਣਨੀਤੀਕਾਰ ਵਜੋਂ ਹਿੱਸਾ ਲਿਆ ਜੀ ਜਾਂ ਅਗਾਂਹ ਵੱਧ ਕੇ ਕੰਮ ਕੀਤਾ, ਉਹਨਾਂ ਵਿੱਚੋਂ 9 ਵਿੱਚੋਂ 8 ਜਿੱਤੀਆਂ ਤੇ 1 ਹਾਰੀ ਹੈ। ਜੀ ਉਹ ਯੂਪੀ ਦੇ ਵਿੱਚ ਕਾਂਗਰਸ ਸਰਕਾਰ ਦੀ ਸਪੋਰਟ ਕਰ ਰਹੇ ਸਨ। ਜੀ ਉਸ ਤੋਂ ਬਾਅਦ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ, ਮਮਤਾ ਬੈਨਰਜੀ, ਇੱਥੋਂ ਤੱਕ ਕਿ 2014 ਦੇ ਵਿੱਚ ਨਰਿੰਦਰ ਮੋਦੀ ਨੂੰ ਜਿਤਾਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ। ਜੀ ਅਸਲ ਵਿੱਚ ਉਹਨਾਂ ਦਾ ਕਹਿਣਾ ਹੈ ਖੁਦ ਕਿ ਮੈਂ ਗਾਹਕ ਦੇਖ ਕੇ ਚੱਲਣਾ ਕਿ ਮੁੱਦਾ ਕੀ ਹੈ, ਜੀ ਮੈਂ ਮੁੱਦਿਆਂ ਦੇ ਪਿੱਛੇ ਨਹੀਂ ਭੱਜਦਾ। ਔਰ ਇੱਕ ਉਹਨਾਂ ਦੇ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਇਹ ਗੱਲ ਕਰਦੇ ਨੇ ਕਿ ਪ੍ਰਸ਼ਾਂਤ ਕਿਸ਼ੋਰ ਸਿਰਫ ਜੇਤੂ ਟੀਮ ਵਿੱਚ ਸ਼ਾਮਲ ਹੋਣਾ ਜਾਣਦੇ ਨੇ, ਜੇਤੂ ਘੋੜੇ ਤੇ ਸਵਾਰ ਹੋਣਾ ਜਾਣਦੇ ਨੇ। ਜੀ ਜਿੱਥੇ ਉਹਨਾਂ ਨੂੰ ਲੱਗੇ ਕਿ ਨਹੀਂ ਗੱਲ ਬਣ ਸਕਦੀ ਉਸ ਟੀਮ ਵਿੱਚ ਸ਼ਾਮਲ ਨਹੀਂ ਹੁੰਦੇ ਕਿ ਕਿਤੇ ਮੇਰਾ ਰਿਕਾਰਡ ਨਾ ਖਰਾਬ ਹੋ ਜਾਵੇ। ਇੱਕ ਅੱਧੀ ਵਾਰੀ ਹੋ ਚੁੱਕਾ ਹੈ ਜੀ ਤੇ ਹੁਣ ਦੁਬਾਰਾ ਇਹ ਕੰਮ ਕਰਦੇ ਨਹੀਂ। ਪੰਜਾਬ ਦੇ ਵਿੱਚ ਮੈਂ ਹੁਣ ਮੁੱਦੇ ਤੇ ਆ ਕੇ ਜਿਹੜਾ ਤੁਸੀਂ ਸਵਾਲ ਕੀਤਾ ਸੀ, ਜੀ ਜ਼ਾਹਿਰਾ ਤੌਰ ਤੇ ਪ੍ਰਸ਼ਾਂਤ ਕਿਸ਼ੋਰ ਨੂੰ ਇਹ ਲਿਆਂਦਾ ਗਿਆ ਕੈਪਟਨ ਅਮਰਿੰਦਰ ਸਿੰਘ ਵੱਲੋਂ। ਜੀ ਪਹਿਲਾਂ ਵੀ ਉਹਨਾਂ ਦੀ ਮਦਦ ਕੀਤੀ ਸੀ ਤੇ ਜਿੱਤ ਗਏ ਸੀ।
ਤੇ ਇਹ ਵੀ ਕਿਹਾ ਕਿ ਉਦੋਂ ਕਿਹਾ ਜਾਂਦਾ ਸੀ ਕਿ ਸਾਰੇ ਕੈਪਟਨ ਸਾਹਿਬ ਨੇ ਜਿਹੜੀਆਂ ਉਦੋਂ ਚਾਲਾਂ ਚੱਲੀਆਂ, ਜਿਹੜੀਆਂ ਗੋਟੀਆਂ ਖੇਡੀਆਂ, ਉਹ ਸਾਰੀਆਂ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ ਤੇ ਹੀ ਸਾਰੀਆਂ ਜਿਹੜੀਆਂ ਸੀ ਨੀਤੀਆਂ ਰੱਖੀਆਂ ਗਈਆਂ, ਲੋਕਾਂ ਦੇ ਮੂਹਰੇ ਵਾਅਦੇ ਕੀਤੇ ਗਏ, ਸਭ ਕੁਝ ਹੋਇਆ, ਨਾਅਰੇ ਦਿੱਤੇ ਗਏ, ਵਿਰੋਧੀਆਂ ਨੂੰ ਕੀ ਕਹਿਣਾ, ਸਭ ਰਣਨੀਤੀ ਜਿਹੜੀ ਸੀ ਪ੍ਰਸ਼ਾਂਤ ਕਿਸ਼ੋਰ ਨੇ ਤੈਅ ਕੀਤੀ ਸੀ ਜੀ। ਤੇ ਇਸ ਵਾਰੀ ਕਹਿੰਦੇ ਨੇ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਰੱਖ ਤਾਂ ਲਿਆ ਕੰਮ ਤੇ ਜੀ, ਤੇ 1 ਰੁਪਈਆ ਤਨਖਾਹ ਵੀ ਉਹਨਾਂ ਦੀ ਫਿਕਸ ਕਰ ਦਿੱਤੀ ਜੀ, ਤੇ ਸਲਾਹਕਾਰ ਵਜੋਂ ਉਹਨਾਂ ਨੂੰ ਰੱਖ ਲਿਆ, ਕਿਉਂਕਿ ਉਹ ਕਹਿ ਚੁੱਕੇ ਸੀ ਕਿ ਚੋਣ ਰਣਨੀਤੀਕਾਰ ਵਜੋਂ ਮੈਂ ਹੁਣ ਕੰਮ ਨਹੀਂ ਕਰਨਾ ਜੀ, ਪਰ ਉਹ ਦੁਬਾਰਾ ਹੁਣ ਕਰਨੇ ਨੂੰ ਤਿਆਰ ਹੋ ਗਏ ਨੇ। ਪ੍ਰਸ਼ਾਂਤ ਕਿਸ਼ੋਰ ਨੇ ਕਹਿੰਦੇ ਕਥਿਤ ਤੌਰ ਤੇ ਹਾਈ ਕਮਾਨ ਨੂੰ ਇਹ ਕਹਿ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਅਸੀਂ ਪੰਜਾਬ ਚੋਣ ਨਹੀਂ ਜਿੱਤ ਸਕਦੇ ਜੀ। ਨਵਜੋਤ ਸਿੰਘ ਸਿੱਧੂ ਨਾਲ ਉਹਨਾਂ ਦੇ ਬਹੁਤ ਨਜ਼ਦੀਕੀ ਸੰਬੰਧ ਦੱਸੇ ਜਾਂਦੇ ਨੇ ਜੀ। ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਵੀ ਇੱਕ ਪਲੈਨਿੰਗ ਦੇ ਤਹਿਤ ਚੱਲਦੇ ਹੋਏ ਨਜ਼ਰ ਆਉਂਦੇ ਨੇ ਜੀ। ਜਿਵੇਂ ਮੈਂ ਪਹਿਲਾਂ ਆਖਿਆ ਸੀ, ਜੇ ਤਾਂ 4 ਸਾਲ ਦਾ ਸਫ਼ਰ ਦੇਖਿਆ ਜਾਵੇ ਤਾਂ ਫਿਰ ਇਸ ਤਰ੍ਹਾਂ ਲੱਗਦਾ ਕਿ ਸਿੱਧੂ ਖੁਦ ਚੱਲ ਰਹੇ ਨੇ ਜੀ, ਤੇ ਸਿੱਧੂ ਜਿਹੜੇ ਨੇ ਉਹ ਉਦੋਂ ਤੋਂ ਹੀ ਤਿਆਰੀ ਕਰੀ ਬੈਠੇ ਨੇ ਕਿ ਮੈਂ ਇਸ ਤਰ੍ਹਾਂ ਕਰਨਾ ਹੈ, ਆਹ ਮੁੱਦੇ ਰੱਖਣੇ ਨੇ ਜੀ। ਅੱਜ ਜਿਹੜਾ ਬਲੂਪ੍ਰਿੰਟ ਤਿਆਰ ਕਰਕੇ ਜਿਹੜਾ ਇੱਕ ਪੰਜਾਬ ਮਾਡਲ ਤਿਆਰ ਉਹ ਕਰੀ ਬੈਠੇ ਨੇ ਜੀ। ਸਿੱਧੂ ਕਹਿੰਦੇ ਨੇ ਕਿ ਮੈਂ ਸਿਆਸੀ ਮਾਹਰਾਂ ਤੇ ਆਪਣੇ ਨਜ਼ਦੀਕੀਆਂ ਸਹਿਯੋਗੀਆਂ ਦੀ ਮਦਦ ਨਾਲ ਇਹ ਤਿਆਰ ਕੀਤਾ ਹੈ ਜੀ। ਸਿੱਧੂ ਨੇ ਕੀ ਟੀਮ ਰੱਖੀ ਹੋਈ ਹੈ ਜਾਂ ਫਿਰ ਪ੍ਰਸ਼ਾਂਤ ਕਿਸ਼ੋਰ ਵਾਲੀ ਟੀਮ ਕਰ ਰਹੀ ਹੈ ਜੀ। ਉਹ 4000 ਜਿਹੜੇ ਰੱਖੇ ਹੋਏ ਨੇ 4 ਪਾਉਣ ਨੂੰ ਤੇ ਰੱਖੇ ਨਹੀਂ ਹੋਏ, ਬਿਲਕੁਲ ਉਹਨਾਂ ਤੋਂ ਕੰਮ ਤੇ ਲੈਂਦੇ ਹੋਣਗੇ, ਬਿਲਕੁਲ ਇਹੋ ਹੀ ਕੰਮ ਕਰਦੇ ਨੇ ਜੀ। ਉਹਨਾਂ ਨੇ ਤਿਆਰੀ ਵੀ ਕਰਨੀ ਹੈ, ਬਲੂਪ੍ਰਿੰਟ ਵੀ ਤਿਆਰ ਕਰਨੇ ਨੇ, ਮਾਡਲ ਵੀ ਤਿਆਰ ਕਰਨੇ ਨੇ ਕਿ ਆਹ ਚੀਜ਼ਾਂ ਪੇਸ਼ ਕਰੋ ਲੋਕਾਂ ਸਾਹਮਣੇ, ਤੇ ਸਾਰੀ ਵਿਨ-ਵਿਨ ਸਿਚੁਏਸ਼ਨ ਜਿਹੜੀ ਆ ਹੋਵੇਗੀ ਜੀ। ਪਰ ਸੋਚਣ ਵਾਲੀ ਗੱਲ ਹੈ ਕਿ ਪਿਛਲੇ 4.5 ਸਾਲਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਸੀਗੇ ਤਾਂ ਮੰਤਰੀ ਹੀ ਸਰਕਾਰ ਦੇ ਵਿੱਚ, ਤੇ ਉਹ ਕੋਈ ਕਦਮ ਚੁੱਕ ਸਕਦੇ ਸੀ, ਪਰ ਸ਼ਾਇਦ ਪ੍ਰਸ਼ਾਂਤ ਕਿਸ਼ੋਰ ਨੇ, ਮੈਨੂੰ ਲੱਗਦਾ ਉਹਨਾਂ ਨੂੰ ਉਦੋਂ ਤੱਕ ਕੋਈ ਰਾਏ ਨਹੀਂ ਦਿੱਤੀ ਸੀ ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਨਹੀਂ ਹਿੱਲੀ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਪ੍ਰਸ਼ਾਂਤ ਕਿਸ਼ੋਰ ਵਾਲੀ ਸਕੀਮ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਤੇ ਚੱਲਣਾ ਹੁਣ ਸੰਭਵ ਨਹੀਂ ਸੀ, ਬਿਲਕੁਲ, ਤੇ ਪ੍ਰਸ਼ਾਂਤ ਕਿਸ਼ੋਰ ਵੀ ਪਿੱਛੇ ਹਟ ਗਏ ਕਿ ਮੈਂ ਇਹ ਕੰਮ ਨਹੀਂ ਕਰਨਾ ਜਿੰਨੀ ਦੇਰ ਤੱਕ ਕੈਪਟਨ ਅਮਰਿੰਦਰ ਸਿੰਘ ਅੱਗੇ ਨੇ, ਬਿਲਕੁਲ। ਤੇ ਹੁਣ ਸਾਰੀਆਂ ਚਾਲਾਂ ਜਿਹੜੀਆਂ ਨੇ ਚੱਲੀਆਂ ਜਾ ਰਹੀਆਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ, ਜਾਂ ਜਿਹੜੀ ਵੀ ਤਿਆਰੀ ਭਾਵੇਂ ਪੰਜਾਬ ਦੇ ਭਲੇ ਲਈ ਹੋਵੇ, ਬਿਲਕੁਲ। ਮੈਂ ਕਹਿੰਦਾ ਜੇ ਉਹਨਾਂ ਦੀ ਮੰਨ ਕੇ ਜਿੰਨੇ ਵਾਅਦੇ ਕਰ ਰਹੇ ਨੇ ਮੁੱਦਿਆਂ ਦੇ ਹਿਸਾਬ ਨਾਲ, ਜੇ ਪੰਜਾਬ ਦਾ ਇਸ ਤਰ੍ਹਾਂ ਹੀ ਭਲਾ ਕਰ ਸਕਣ ਤੇ ਬਹੁਤ ਵਧੀਆ ਗੱਲ ਹੋਵੇਗੀ, ਬਿਲਕੁਲ। ਪਰ ਜਾਪ ਇਸ ਤਰ੍ਹਾਂ ਰਿਹਾ ਕਿ ਪ੍ਰਸ਼ਾਂਤ ਕਿਸ਼ੋਰ ਹੀ ਇਸ ਸਾਰੀ ਖੇਡ ਦੇ ਪਿੱਛੇ ਨਵਜੋਤ ਸਿੰਘ ਸਿੱਧੂ ਨੂੰ ਗਾਈਡ ਕਰ ਰਹੇ ਨੇ, ਤੇ ਉਸ ਹਿਸਾਬ ਨਾਲ ਉਨੀ ਆਪਣੀ ਖੇਡ ਖੇਡ ਰਹੇ ਨੇ ਜਿੰਨੀ ਕੁ ਨਾਲ ਚਾਲ ਜੇ ਬਣੀ ਰਵੇ ਤੇ ਚੋਣਾਂ ਤੱਕ ਮਾਹੌਲ ਜਿਹਾ ਬਣਿਆ ਰਵੇ, ਤੇ ਬਾਕੀ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਪਿੱਛੇ ਰਹਿ ਜਾਣ ਤੇ ਕਾਂਗਰਸ ਇਸ ਦੌੜ ਦੇ ਵਿੱਚ ਅੱਗੇ ਨਿਕਲ ਜਾਵੇ। ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਮੁੱਦੇ ਸੀਗੇ ਉਹ ਤਾਂ ਜਿਹੜੇ 4.5 ਸਾਲ ਪਹਿਲਾਂ ਸੀਗੇ ਉਹ ਉਹੀ ਨੇ, ਵਾਅਦੇ ਵੀ ਉਹੀ ਨੇ, ਦਾਅਵੇ ਵੀ ਉਹੀ ਨੇ, ਸਿਰਫ ਇੱਕ ਬੰਦੇ ਨੂੰ ਬਦਲ ਦਿੱਤਾ ਗਿਆ, ਕੈਪਟਨ ਨੂੰ ਸਾਈਡ ਤੇ ਕਰਕੇ, ਤੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲੈ ਕੇ ਆਇਆ ਗਿਆ ਕਿ ਇਹ ਸ਼ਾਇਦ ਲੋਕਾਂ ਦੇ ਅੱਗੇ ਦਿਖਾ ਦਿੱਤਾ ਗਿਆ ਕਿ ਸ਼ਾਇਦ ਇਹ ਇੱਕ ਉਹ ਹੀਰੋ ਆ ਗਿਆ, ਵਿਲਨ ਨੂੰ ਪਿੱਛੇ ਕਰ ਦਿੱਤਾ ਗਿਆ। ਇਹ ਵੀ ਗੱਲ ਹੈ, ਪ੍ਰਸ਼ਾਂਤ ਕਿਸ਼ੋਰ ਸਿਰਫ ਰਾਜਨੀਤੀ ਵਿੱਚ ਦਿਲਚਸਪੀ ਰੱਖਦੇ ਨੇ ਜੀ। ਤੁਸੀਂ ਹੈਰਾਨ ਹੋਵੋਗੇ ਸੁਣ ਕੇ ਜੀ ਕਿ ਜਿਸ ਤਰ੍ਹਾਂ ਦੇ ਉਹ ਨੀਤੀਵਾਨ ਵਜੋਂ ਮਸ਼ਹੂਰ ਹੋਏ ਨੇ ਦੁਨੀਆ ਵਿੱਚ ਜੀ, ਡਿਜ਼ਨੀ ਵੱਲੋਂ ਤੇ ਨੈਟਫਲਿਕਸ ਵੱਲੋਂ ਵੀ ਕਹਿੰਦੇ ਉਹਨਾਂ ਨੂੰ ਆਫਰਾਂ ਆਈਆਂ ਨੇ ਜੀ, ਤੇ ਸ਼ਾਹਰੁਖ ਖਾਨ ਨੇ ਵੀ ਉਹਨਾਂ ਨੂੰ ਆਫਰ ਕੀਤੀ ਸੀ ਕਿ ਮੇਰੇ ਬ੍ਰਾਂਡ ਨੂੰ ਚਮਕਾਉਣ 'ਚ ਮੇਰੀ ਮਦਦ ਕਰੋ ਜੀ। ਇਹ ਤਿੰਨਾਂ ਨੂੰ ਕਹਿੰਦੇ ਨਾ ਕਰ ਚੁੱਕੇ ਆ ਜੀ। ਤੇ ਹੁਣ ਜਿੱਧਰ ਕੰਮ ਕਰ ਰਹੇ ਨੇ ਫੁੱਲ ਟਾਈਮ ਲੱਗੇ ਹੋਏ ਨੇ, ਡੈਫੀਨੇਟਲੀ ਲੱਗੇ ਹੋਏ ਨੇ, ਬਿਲਕੁਲ। ਉਧਰੋਂ ਸ਼ਰਦ ਪਵਾਰ ਨਾਲ ਵੀ ਮੀਟਿੰਗਾਂ, ਤੇ ਇਹ ਵੀ ਕਹਿ ਦੇਣਾ ਕਿ ਕੇਂਦਰ ਵਿੱਚ ਅਜੇ ਤੀਜੇ ਫਰੰਟ ਲਈ ਸਮਾਂ ਨਹੀਂ, ਤੇ ਕਾਂਗਰਸ ਵਾਲੇ ਕਹਿੰਦੇ ਨੇ ਸਲਾਹ ਤੇ ਤੁਸੀਂ ਸਾਨੂੰ ਦੇ ਰਹੇ ਹੋ, ਚੰਗੀ ਦੇ ਰਹੇ ਹੋ, ਪਰ ਇਦਾਂ ਕਰੋ ਬਾਹਰ ਬੈਠ ਕੇ ਸਲਾਹ ਨਾ ਦਿਓ, ਸਾਡੇ ਵਿੱਚ ਆ ਕੇ ਸਾਨੂੰ ਸਲਾਹ ਦਿਓ ਜੀ। ਤੇ ਮੈਨੂੰ ਲੱਗਦਾ ਨਹੀਂ ਪ੍ਰਸ਼ਾਂਤ ਕਿਸ਼ੋਰ ਜਿਹੜੀ ਸਲਾਹ ਹੁਣ ਬਾਹਰ ਬੈਠ ਕੇ ਦੇ ਰਹੇ ਨੇ, ਇਹਨਾਂ ਦੇ ਕਿਸੇ ਲੀਡਰ ਨੂੰ ਚੈਲੰਜ ਵੀ ਕਰ ਰਹੇ ਨੇ ਕਿ ਭਾਈ ਆਹ ਠੀਕ ਨਹੀਂ, ਆਹ ਠੀਕ ਨਹੀਂ, ਤੁਹਾਨੂੰ ਬਦਲਾਅ ਦੀ ਲੋੜ ਹੈ। ਤੇ ਜੇ ਵਿੱਚ ਆ ਗਏ ਤੇ ਫਿਰ ਉਹ ਇਸ ਤਰ੍ਹਾਂ ਚੈਲੰਜ ਕਰਨ ਲੱਗੇ, ਤੇ ਫਿਰ ਤੇ ਕਾਰਨ ਦੱਸੋ ਨੋਟਿਸ ਅੱਜ ਆਇਆ ਕਿ ਕੱਲ ਆਇਆ। ਪ੍ਰਸ਼ਾਂਤ ਕਿਸ਼ੋਰ ਕੰਮ ਕਰਨਗੇ, ਪਰ ਅਜੇ ਮੈਨੂੰ ਲੱਗਦਾ ਹੈ ਕਿ ਕਾਂਗਰਸ ਦੇ ਵਿੱਚ ਸ਼ਾਮਲ ਹੋ ਕੇ ਉਹ ਕਿਸੇ ਹੋਰ ਹੈਸੀਅਤ ਵਿੱਚ ਜਿੱਥੇ ਉਹ ਸਿਖਰ ਤੇ ਨਾ ਹੋਣ ਉਹ ਨਹੀਂ ਆਉਣਗੇ ਜੀ। ਜੀ ਕੁਲਦੀਪ ਜੀ, ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਤਾਂ ਆਪਣਾ ਕੰਮ ਕਰੀ ਜਾ ਰਹੇ ਨੇ, ਆਪਣੀ ਚਾਲ ਚੱਲੀ ਜਾ ਰਹੇ ਨੇ, ਪਰ ਉਹਨਾਂ ਦੇ ਜਿਹੜੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਉਹ ਵੀ ਚੁੱਪ ਕਰਕੇ ਬੈਠਣ ਵਾਲਿਆਂ ਚੋਂ ਨਹੀਂ। ਤੇ ਕੀ ਕਹਿ ਰਹੇ ਨੇ ਮੁਹੰਮਦ ਮੁਸਤਫਾ, ਇਹ ਅਸੀਂ ਜਾਣਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਸੋ ਕੁਲਦੀਪ ਜੀ, ਗੱਲ ਕਰ ਰਹੇ ਸੀ ਅਸੀਂ ਨਵਜੋਤ ਸਿੰਘ ਸਿੱਧੂ ਦੀ। ਆਪ ਤਾਂ ਉਹ ਹਮੇਸ਼ਾ ਤੋਂ ਹੀ
ਇੱਕ ਖਟੈਕ ਅੰਦਾਜ਼ ਦੇ ਵਿੱਚ ਸਾਨੂੰ ਨਜ਼ਰ ਆਏ ਹੀ ਨੇ। ਤੇ ਹੁਣ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਮੁਹੰਮਦ ਮੁਸਤਫਾ, ਉਹ ਵੀ ਕੈਪਟਨ ਅਮਰਿੰਦਰ ਸਿੰਘ ਤੇ ਉਹ ਪਹਿਲਾਂ ਵੀ ਹਮਲਾਵਰ ਹੋਏ ਸੀ। ਉਹ ਕੁਝ ਨਾ ਕੁਝ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਰਹਿੰਦੇ ਨੇ। ਹਾਲਾਂਕਿ ਕੈਪਟਨ ਨੇ ਪਹਿਲਾਂ ਜਵਾਬ ਵੀ ਦਿੱਤੇ, ਪਰ ਹੁਣ ਵੀ ਮੁਹੰਮਦ ਮੁਸਤਫਾ ਜਿਹੜੇ ਨੇ ਉਹ ਕੁਝ ਕਹਿੰਦੇ ਨਜ਼ਰ ਆਏ ਕੈਪਟਨ ਨੂੰ। ਕੀ ਕਹਿਣਾ ਚਾਹੋਗੇ? ਇੱਕ ਤੇ ਗੱਲ ਇਹ ਆ ਜੀ ਕਿ ਮੁਹੰਮਦ ਮੁਸਤਫਾ ਦੇ ਦਿਲ 'ਚ ਵੀ ਖਟਾਸ ਹੈ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਜੀ। ਡੀਜੀਪੀ ਦਿਨਕਰ ਗੁਪਤਾ ਦੀ ਤੇ ਸਮੇਧ ਸੈਣੀ ਦੀ ਉਹ ਗੱਲ ਕਰਦੇ ਨੇ ਜੀ। ਉਹ ਆਖਦੇ ਨੇ ਕਿ ਦੇਖੋ ਜੀ ਇਹ ਜਿਹੜੇ ਇਸ ਤਰ੍ਹਾਂ ਜਿਹੜਾ ਜੇ ਇਸ ਤਰ੍ਹਾਂ ਨੌਕਰੀ ਕਰਨੀ ਹੈ ਫਿਰ ਵੱਖਰੀ ਗੱਲ ਹੈ, ਉਹਨਾਂ ਵੱਲ ਵੀ ਇਸ਼ਾਰਾ ਕਰਦੇ ਨੇ। ਤੇ ਕੈਪਟਨ ਅਮਰਿੰਦਰ ਸਿੰਘ ਤੇ ਜਦੋਂ ਪਹਿਲਾ ਹਮਲਾ ਮੁਹੰਮਦ ਮੁਸਤਫਾ ਨੇ ਬੋਲਿਆ ਸੀ ਕਿ ਮੇਰਾ ਮੂੰਹ ਨਾ ਖੁਲਵਾਓ, ਜੇ ਮੈਂ ਦੇਸ਼ ਭਗਤੀ ਦੀਆਂ ਜਾਂ ਹੋਰ ਗੱਲਾਂ ਦੇ ਸਬੂਤ ਮੈਂ ਰੱਖਣ ਲੱਗਾ ਫਿਰ ਢੇਰ ਲੱਗ ਜਾਣਾ ਤੇ ਤੁਹਾਨੂੰ ਬੋਲਣ ਦਾ ਰਾਹ ਨਹੀਂ ਲੱਭਣਾ। ਤੇ ਕੈਪਟਨ ਅਮਰਿੰਦਰ ਸਿੰਘ ਕੀ ਕਹਿੰਦੇ ਸੀ, ਉਹ ਇਹਨੂੰ ਮੈਂ ਡੀਜੀਪੀ ਨਹੀਂ ਸੀ ਬਣਾਇਆ, ਇਸ ਕਰਕੇ ਉਦੋਂ ਦਾ ਮੇਰੇ ਨਾਲ ਨਾਰਾਜ਼ ਹੈ। ਬਿਲਕੁਲ। ਤੇ ਉਹ ਕੁਝ ਵੀ ਬੋਲਦਾ। ਖੈਰ ਮੁਹੰਮਦ ਮੁਸਤਫਾ ਚੁੱਪ ਨਹੀਂ ਬੈਠੇ ਜੀ। ਉਹਨਾਂ ਦੀ ਪਤਨੀ ਰਜੀਆ ਸੁਲਤਾਨਾ ਨੇ ਪਹਿਲਾਂ ਤਾਂ ਅਸਤੀਫਾ ਦੇ ਦਿੱਤਾ ਸੀ। ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਆਉਂਦਾ ਹੈ ਤੇ ਅਗਲੇ ਮਿੰਟ ਜਿਹੜਾ ਉਹ ਰਜੀਆ ਸੁਲਤਾਨਾ ਦਾ ਅਸਤੀਫਾ ਆ ਜਾਂਦਾ। ਬਿਲਕੁਲ। ਪਹਿਲਾਂ ਉਹਦਾ ਅਸਤੀਫਾ ਵਾਪਸ ਹੋਇਆ ਤੇ ਨਵਜੋਤ ਸਿੰਘ ਸਿੱਧੂ ਦਾ ਬਾਅਦ ਵਿੱਚ ਹੋਇਆ। ਉੱਥੋਂ ਇਸ਼ਾਰਾ ਹੋ ਗਿਆ ਸੀ ਕਿ ਮੁਹੰਮਦ ਮੁਸਤਫਾ ਤੇ ਉਹਨਾਂ ਦੀ ਪਤਨੀ ਜਿਹੜੇ ਆ ਉਹ ਮੁੱਖ ਧਾਰਾ ਦੇ ਵਿੱਚ ਰਹਿਣਾ ਚਾਹੁੰਦੇ ਨੇ, ਬਿਲਕੁਲ ਵੀ ਬਾਗੀ ਨਹੀਂ ਹੋਣਾ ਚਾਹੁੰਦੇ। ਫਿਰ ਮੁਹੰਮਦ ਮੁਸਤਫਾ ਜਿਹੜੇ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਤੇ ਤਾਂ ਹੋਰਨਾਂ ਮੁੱਦਿਆਂ ਤੇ ਗੱਲਬਾਤ ਜਿਹੜੀ ਕਰਦੇ ਆ ਰਹੇ ਸੀ, ਲੱਗਾ ਕਿ ਹੁਣ ਉਹ ਚੁੱਪ ਬੈਠਣਗੇ। ਪਰ ਮੁਹੰਮਦ ਮੁਸਤਫਾ ਹੁਣ ਫਿਰ ਦੁਬਾਰਾ ਸ਼ੁਰੂ ਹੋ ਗਏ ਨੇ ਤੇ ਗੱਲ ਕੁਝ ਨਾ ਕੁਝ ਕਰਦੇ ਜਾ ਰਹੇ ਨੇ। ਇੱਕ ਤੇ ਉਹਨਾਂ ਕੋਲ ਕੋਈ ਕਾਂਗਰਸ ਪਾਰਟੀ ਦਾ ਕੋਈ ਅਹੁਦਾ ਨਹੀਂ ਹੈ, ਬਿਲਕੁਲ, ਸਿਰਫ ਸਲਾਹਕਾਰ ਨੇ। ਸਲਾਹਕਾਰ ਦੇ ਤੌਰ ਤੇ ਉਹ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਨੇ। 3 ਸਲਾਹਕਾਰ ਸੀ, 2 ਛੱਡ ਚੁੱਕੇ ਨੇ, 3 ਮੁਹੰਮਦ ਮੁਸਤਫਾ ਬਾਕੀ ਨੇ। ਕੀ ਉਹ ਖੁਦ ਕਿਸੇ ਕਪੈਸਿਟੀ 'ਚ ਆਉਣਾ ਚਾਹੁੰਦੇ ਨੇ ਜਾਂ ਆਪਣੇ ਡੀਜੀਪੀ ਨਾ ਬਣਨ ਵਾਲੀ ਜਿਹੜੀ ਚੀਜ਼ ਹੈ ਅਜੇ ਤੱਕ ਉਹਦਾ ਹੀ ਕੋਈ ਦਰਦ ਜਿਹੜਾ ਹਟਾ ਕੇ ਤੇ ਕੋਈ ਉਸ ਦੇ ਵਿੱਚੋਂ ਕੱਢਣਾ ਚਾਹੁੰਦੇ ਨੇ? ਜੀ ਬਿਲਕੁਲ। ਹੁਣ ਉਹ ਕਹਿੰਦੇ ਨੇ ਕਿ ਦੇਖੋ ਪੰਜਾਬ ਨੂੰ ਇੱਕ ਵਧੀਆ ਮੁੱਖ ਮੰਤਰੀ ਅਗਲੀਆਂ ਚੋਣਾਂ ਦੇ ਵਿੱਚ ਜਿਹੜਾ ਉਹ ਦੇਵਾਂਗੇ ਜੋ ਸਾਰਿਆਂ ਦਾ ਹੋਵੇ, ਇਸ ਤਰ੍ਹਾਂ ਹੋਵੇ। ਜ਼ਾਹਰਾ ਤੌਰ ਤੇ ਮੁੱਖ ਮੰਤਰੀ ਤੇ ਹੁਣ ਵੀ ਹੈਗੇ ਪੰਜਾਬ 'ਚ, ਬਿਲਕੁਲ। ਤੇ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਇਹ ਮੁੱਖ ਮੰਤਰੀ ਮਨਜ਼ੂਰ ਨਹੀਂ ਜਿਸ ਦੀ ਸਰਕਾਰ ਦੇ ਵਿੱਚ ਉਹਨਾਂ ਦੀ ਪਤਨੀ ਮੰਤਰੀ ਹੈ। ਉਹ ਕਿਸੇ ਹੋਰ ਵੱਲ ਇਸ਼ਾਰਾ ਕਰ ਰਿਹਾ। ਇਸ਼ਾਰਾ ਕਿਸੇ ਹੋਰ ਵੱਲ ਕਿ ਸਿੱਧਾ ਨਵਜੋਤ ਸਿੰਘ ਸਿੱਧੂ ਵੱਲ ਕਰ ਰਹੇ ਨੇ, ਬਿਲਕੁਲ। ਜਿਹਨੂੰ ਮੁੱਦਿਆਂ ਦਾ ਪਤਾ ਹੋਵੇ, ਜਿਹਨੂੰ ਆਹ ਹੋਵੇ, ਜਿਹੜਾ ਕੰਮ ਕਰਦਾ ਹੋਵੇ, ਜਿਹੜਾ ਗੱਲ ਕਹਿ ਨਹੀਂ ਜਾਣਦਾ, ਸਾਰੀਆਂ ਗੱਲਾਂ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜੀ ਉਹਨਾਂ ਨੇ ਹੁਣ ਸੀਰੀਅਸ ਨੋਟ ਤੇ ਗੱਲ ਕੀਤੀ ਆ, ਇਹ ਪਰ ਯਾਦ ਰੱਖੋ ਹਰਪ੍ਰੀਤ ਜੀ, ਇਹ ਪਹਿਲੀ ਵਾਰੀ ਨਹੀਂ ਹੋਈ। ਮੁਹੰਮਦ ਮੁਸਤਫਾ ਨੇ ਭਾਵੇਂ ਪਹਿਲੀ ਵਾਰੀ ਕੀਤੀ ਹੋਵੇ ਪਰ ਪ੍ਰਗਟ ਸਿੰਘ ਪਹਿਲਾਂ ਕਰ ਚੁੱਕੇ ਸੀ, ਬਿਲਕੁਲ। ਪਰ ਮੁਹੰਮਦ ਮੁਸਤਫਾ ਤੇ ਪ੍ਰਗਟ ਸਿੰਘ ਦੇ ਕੇਸ ਦੇ ਵਿੱਚ 2 ਗੱਲਾਂ ਵੱਖਰੀਆਂ ਨੇ। ਪ੍ਰਗਟ ਸਿੰਘ ਨੇ ਉਸ ਦਿਨ ਗੱਲ ਕੀਤੀ ਸੀ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਅਜੇ ਵੀ ਮੁੱਖ ਮੰਤਰੀ ਸਨ, ਤੇ ਮੁਹੰਮਦ ਮੁਸਤਫਾ ਨੇ ਉਸ ਦਿਨ ਕੀਤੀ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਗਦੀਓਂ ਲੱਥ ਚੁੱਕੇ ਨੇ ਤੇ ਉਹ ਇੱਕ ਪਾਸੇ ਨੇ, ਕਾਂਗਰਸ ਦੇ ਮੁੱਖ ਧਾਰਾ ਦੇ ਵਿੱਚ ਡਿਸੀਜਨ ਮੇਕਿੰਗ ਦੇ ਵਿੱਚ ਉਹ ਸ਼ਾਮਲ ਨਹੀਂ। ਪ੍ਰਗਟ ਸਿੰਘ ਨੇ ਉਦੋਂ ਗੱਲ ਕੀਤੀ ਜਦੋਂ ਉਹਨਾਂ ਨੂੰ ਜਿਹੜੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਫੋਨ ਆਇਆ ਕੈਪਟਨ ਦੇ ਸਹਿਯੋਗੀ ਦਾ, ਸਲਾਹਕਾਰ ਦਾ, ਉਹਨਾਂ ਨੇ ਕਿਹਾ ਕਿ ਅੱਜ ਫੋਨ ਆਉਂਦਾ ਤੇ ਅਗਲੇ ਦਿਨ ਹੀ ਉਹਨਾਂ ਨੇ ਮੀਡੀਆ ਦੇ ਵਿੱਚ ਜਾ ਕੇ ਦੱਸਿਆ, ਸਪਸ਼ਟ ਤੌਰ ਤੇ ਦੱਸਿਆ ਕਿ ਮੈਨੂੰ ਆਹ ਧਮਕੀ ਆਈ ਆ ਕਿ ਤੁਸੀਂ ਆਪਣਾ ਮੂੰਹ ਬੰਦ ਰੱਖੋ ਤੇ ਨਵਜੋਤ ਸਿੰਘ ਸਿੱਧੂ ਦਾ ਸਾਥ ਦੇਣਾ ਬੰਦ ਕਰ ਦਿਓ। ਬਿਲਕੁਲ ਹੂਬ ਗੱਲਾਂ ਜਿਹੜੀਆਂ ਨੇ ਮੁਹੰਮਦ ਮੁਸਤਫਾ ਨੇ ਕੀਤੀਆਂ ਕਿ ਅਸੀਂ ਤੁਹਾਨੂੰ ਘਸੀਟਾਂਗੇ, ਅਸੀਂ ਇਸ ਤਰ੍ਹਾਂ ਕਰਾਂਗੇ, ਜੇਲ੍ਹਾਂ ਦੇ ਪਿੱਛੇ ਡੱਕ ਦੇਵਾਂਗੇ, ਰੋਲ ਦੇਵਾਂਗੇ। ਜੇ ਵਾਕਿਆ ਹੀ ਇੰਨੀ ਵੱਡੀ ਪੋਸਟ ਤੇ ਮੁਹੰਮਦ ਮੁਸਤਫਾ ਸਨ ਤੇ ਉਦੋਂ ਇਹਨਾਂ ਨੂੰ ਗੱਲਾਂ ਕੀਤੀਆਂ ਗਈਆਂ ਤੇ ਇਹਨਾਂ ਕੋਲ ਤੇ 100 ਸਬੂਤ ਹੋਣੇ ਚਾਹੀਦੇ ਨੇ, ਬਿਲਕੁਲ। ਖੈਰ ਕੈਪਟਨ ਅਮਰਿੰਦਰ ਸਿੰਘ ਅਜੇ ਤੱਕ ਇਸ ਮੁੱਦੇ ਤੇ ਉਹਨਾਂ ਨੇ ਜਵਾਬ ਨਹੀਂ ਦਿੱਤਾ ਕਿ ਮੈਂ ਕਿਸੇ ਨੂੰ ਧਮਕੀ ਨਹੀਂ ਦਿੱਤੀ। ਜਿਵੇਂ ਉਹ ਕਹਿ ਰਹੇ ਹੋਣ ਕਿ ਮੈਂ ਦਿੱਤੀ ਸੀ ਧਮਕੀ, ਵੇ ਕਰ ਲਓ ਜੋ ਕਰਨਾ ਹੈ। ਹੋ ਸਕਦਾ ਉਹਨਾਂ ਦਾ ਇਹੋ ਹੀ ਮੂਡ ਹੋਵੇ ਜਾਂ ਅਜੇ ਤੱਕ ਉਹਨਾਂ ਨੇ ਸਟੇਟਮੈਂਟ ਦੇਖੀ ਨਾ ਹੋਵੇ ਜਾਂ ਉਹਨਾਂ ਨੂੰ ਸਮਾਂ ਨਾ ਲੱਗਾ ਹੋਵੇ, ਕਿਉਂਕਿ ਦਿੱਲੀ ਗਏ ਹੋਏ ਨੇ। ਬਿਲਕੁਲ ਤੁਸੀਂ ਸਹੀ ਫੜਿਆ, ਦਿੱਲੀ ਦੇ ਗੇੜੇ ਅੱਜ ਕੱਲ੍ਹ ਜ਼ਿਆਦਾ ਜ਼ਰੂਰੀ ਨੇ, ਬਿਲਕੁਲ। ਤੇ ਪ੍ਰਗਟ ਸਿੰਘ ਤੇ ਉਹਨਾਂ ਨੂੰ ਇਹ ਕਹਿ ਰਹੇ ਨੇ ਕਿ ਹਟ ਜਾਓ, ਤੁਸੀਂ ਬੀਜੇਪੀ ਨਾਲ ਰਲ ਕੇ ਖੇਡਾਂ ਨਾ ਖੇਡੋ, ਇਹ 'ਚ ਤੁਸੀਂ ਰਾਸ਼ਟਰਪਤੀ ਰਾਜ ਲਵਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਸਾਨੂੰ ਪਤਾ ਹੈ। ਬਿਲਕੁਲ। BSF ਵਾਲੀ ਸਲਾਹ ਕੇਂਦਰ ਨੂੰ ਕਿਸੇ ਹੋਰ ਨੇ ਨਹੀਂ, ਤੁਸੀਂ ਦਿੱਤੀ ਹੈ। ਜਾਬਤਾ ਵੀ ਇਸੇ ਤਰ੍ਹਾਂ ਹੀ ਹੈ। ਬਿਲਕੁਲ। ਹੁਣ ਫੇਰ ਅਮਿਤ ਸ਼ਾਹ ਦੇ ਕੋਲ, ਜੀ ਅਮਿਤ ਸ਼ਾਹ ਵੀ ਉਹਨਾਂ ਨੂੰ ਇੰਨਾ ਸਮਾਂ ਕਿਉਂ ਦੇ ਰਹੇ ਨੇ? ਬਿਲਕੁਲ, ਇਹ ਵੀ ਸੋਚਣ ਵਾਲੀ ਗੱਲ ਹੈ। ਜੀ ਮੈਂ ਕਾਂਗਰਸ ਵਿੱਚ ਨਹੀਂ ਰਹਾਂਗਾ ਪਰ ਭਾਜਪਾ 'ਚ ਨਹੀਂ ਜਾਵਾਂਗਾ, ਪਰ ਦੂਜੇ ਪਾਸੇ ਭਾਜਪਾ ਨਾਲ ਇੰਨੀ ਸਾਂਝ ਭਿਆਲੀ ਕਿਸੇ ਗੱਲ ਸਮਝ ਕਿਸੇ ਪਾਸਿਓਂ ਸਮਝ ਨਹੀਂ ਆ ਰਹੀ। ਜੀ ਮੁਹੰਮਦ ਮੁਸਤਫਾ ਦਾ ਇਹ ਹਮਲਾ ਤਿੱਖਾ ਹੈ ਔਰ ਉਹਨਾਂ ਦੇ ਸਹਿਯੋਗੀਆਂ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਬੰਦਿਆਂ ਤੇ ਉਹਨਾਂ ਦਾ ਜਵਾਬ ਨਾ ਦੇਣ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇਹ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦਾ ਜਿਹੜਾ ਰਾਜ ਹੈ 4.5 ਸਾਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਚਲਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿੱਚ ਬਾਕੀਆਂ ਨੂੰ ਮਿੱਟੀ ਕਰਨ ਤੱਕ ਦੀ ਜਿਹੜੀ ਕੋਸ਼ਿਸ਼ ਹੈ ਉਹ ਕਿਸ ਜ਼ੋਰ ਸ਼ੋਰ ਨਾਲ
ਕਿਸ ਤਰੀਕੇ ਨਾਲ ਕੀਤੀ ਗਈ ਕਿ ਇਸ ਤਰ੍ਹਾਂ ਦੀਆਂ ਧਮਕੀਆਂ ਵੀ ਉਹਨਾਂ ਨੂੰ ਦਿੱਤੀਆਂ ਗਈਆਂ। ਜੇ ਉਹ ਜਵਾਬ ਨਹੀਂ ਦਿੰਦੇ, ਜਿਸ ਨੂੰ ਕੰਡੈਮ ਨਹੀਂ ਕਰਦੇ, ਇਹਦਾ ਮਤਲਬ ਇਹੋ ਹੀ ਹੋਵੇਗਾ ਕਿ ਅਸੀਂ ਦਿੰਦੇ ਰਹੇ ਹਾਂ ਭਾਈ। ਬਿਲਕੁਲ। ਤੇ ਜੇ ਜਦੋਂ ਪ੍ਰਗਟ ਸਿੰਘ ਨੇ ਵੀ ਇਲਜ਼ਾਮ ਲਾਇਆ ਸੀ ਤਾਂ ਉਦੋਂ ਵੀ ਜ਼ਿਆਦਾ ਕੰਡੈਮ ਤੇ ਨਹੀਂ ਕੀਤਾ ਗਿਆ ਇਸ ਗੱਲ ਨਾਲ, ਇਸ ਗੱਲ ਤੋਂ ਮੁਕਰੇ ਤਾਂ ਨਹੀਂ। ਪਰ ਪ੍ਰਗਟ ਸਿੰਘ ਵਾਲੀ ਸਥਿਤੀ ਹੋਰ ਸੀ। ਮੈਂ ਸਮਝਦਾ ਕਿ ਇਸ ਮਾਮਲੇ ਦੇ ਵਿੱਚ ਮੁਹੰਮਦ ਮੁਸਤਫਾ ਭਾਵੇਂ ਹੁਣ ਖੁੱਲ੍ਹ ਕੇ ਬੋਲੇ ਨੇ, ਪਰ ਉਹ ਲੇਟ ਬੋਲੇ ਨੇ, ਬੇਮੌਕਾ ਬੋਲੇ ਨੇ। ਪ੍ਰਗਟ ਸਿੰਘ ਸਮੇਂ ਤੇ ਬੋਲੇ ਸੀ ਔਰ ਉਹਨਾਂ ਨੇ ਉਦੋਂ ਹੀ ਗੱਲ ਕੀਤੀ ਸੀ। ਇਸ ਤਰ੍ਹਾਂ ਦੇ ਕੇਸ ਇਹ ਇਕੱਲੇ ਮੁਹੰਮਦ ਮੁਸਤਫਾ ਤੇ ਪ੍ਰਗਟ ਸਿੰਘ ਨਹੀਂ ਹੋਣਗੇ, ਇਹ ਹੋਰ ਵੀ ਹੋਣਗੇ। ਬਿਲਕੁਲ, ਹੌਲੀ ਹੌਲੀ ਗੱਲਾਂ ਬਾਹਰ ਆਉਣਗੀਆਂ ਜੀ। ਸੋ ਚਲੋ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੋ ਹੋਇਆ ਜਾਂ ਕੈਪਟਨ ਅਮਰਿੰਦਰ ਸਿੰਘ ਨੇ ਜੋ ਕੀਤਾ ਆਪਣੇ ਵਿਧਾਇਕਾਂ ਜਾਂ ਫਿਰ ਪੰਜਾਬ ਦੇ ਲੋਕਾਂ ਨਾਲ, ਉਹਦਾ ਉਹ ਹਰਜਾਨਾ ਵੀ ਭੁਗਤ ਰਹੇ ਨੇ ਕਿ ਉਹਨਾਂ ਦੀ ਕੁਰਸੀ ਉਹਨਾਂ ਕੋਲੋਂ ਖੋਈ ਜਾ ਚੁੱਕੀ ਹੈ। ਪਰ ਹੁਣ ਜਦੋਂ ਤੋਂ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਵਿੱਚ ਆਏ ਨੇ, ਉਸ ਬਾਅਦ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਉਹ ਇਸ ਟਾਈਮ 'ਚ ਆਪਣੀ ਪੂਰੀ ਫਾਰਮ 'ਚ ਨਜ਼ਰ ਆ ਰਹੇ ਨੇ। ਤੇ ਉਹਨਾਂ ਨੂੰ ਜਿਹੜਾ ਦੇ ਦਿੱਤਾ ਗਿਆ ਮਹਿਕਮਾ, ਉਹਦੇ ਵਿੱਚ ਉਹਨਾਂ ਨੇ ਟਰਾਂਸਪੋਰਟ ਮਹਿਕਮੇ ਦੇ ਵਿੱਚ ਉਹਨਾਂ ਨੇ ਬੱਸਾਂ ਤੇ ਕਾਰਵਾਈ ਖੂਬ ਰੱਜ ਕੇ, ਖੂਬ ਦਿਲ ਨਾਲ ਕੀਤੀ ਹੈ। ਕੀ ਕਹਿਣਾ ਚਾਹੋਗੇ? ਅਮਰਿੰਦਰ ਸਿੰਘ ਰਾਜਾ ਵੜਿੰਗ ਵਾਕਈ ਉਹਨਾਂ 'ਚ ਐਨਰਜੀ ਕਾਫੀ ਹੈ ਜੀ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਤੇ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਨੂੰ ਤੇ ਅਕਾਲੀ ਦਲ ਨੂੰ ਸਿੱਧੀ ਟੱਕਰ ਦੇਣ ਵਾਲੇ ਉਸ ਇਲਾਕੇ ਦੇ ਵਿੱਚ ਜੇ ਕੋਈ ਵੱਡੇ ਆਗੂ ਹੈਗੇ ਕਾਂਗਰਸ ਦੇ ਤੇ ਉਹ ਰਾਜਾ ਵੜਿੰਗ ਨੇ ਜੀ। ਇੱਥੋਂ ਤੱਕ ਕਿ ਮਨਪ੍ਰੀਤ ਬਾਦਲ ਨੇ ਜਦੋਂ PPP ਬਣਾ ਲਈ ਸੀ ਜੀ ਤੇ ਰਾਜਾ ਵੜਿੰਗ ਦੇ ਖਿਲਾਫ ਉਹ ਖੜੇ ਸੀ ਤੇ ਰਾਜਾ ਵੜਿੰਗ ਜਿੱਤ ਗਿਆ ਸੀ। ਮਨਪ੍ਰੀਤ ਬਾਦਲ ਤੇ ਤੀਜੀ ਜਗ੍ਹਾ ਤੇ ਆਏ ਸੀ। ਬਿਲਕੁਲ। ਤੇ ਵੱਡੇ ਬਾਦਲ ਸਾਹਿਬ ਕਹਿੰਦੇ ਸੀ, ਕਾਕਾ ਤੂੰ ਬਹੁਤ ਵੱਡਾ ਮਾਰਕੇ ਵਾਲਾ ਕੰਮ ਕੀਤਾ ਤੇ ਤੈਨੂੰ ਬਲੈਂਕ ਚੈੱਕ ਹੈ, ਦੱਸ ਕਿੰਨੇ ਪੈਸੇ ਚਾਹੀਦੇ ਨੇ। ਤੇ ਇਹਨੇ ਹੱਥ ਜੋੜ ਦਿੱਤੇ ਸੀ ਮੋਹਰੇ ਜੀ। ਉਦੋਂ ਵਿਰੋਧੀ ਧਿਰ ਵਿੱਚ ਸੀ ਰਾਜਾ ਵੜਿੰਗ ਜੀ। ਖੈਰ, ਯੂਥ ਕਾਂਗਰਸ ਨਾਲ ਜੁੜੇ ਹੋਏ ਆਗੂ ਨੇ, ਉਹ ਬਿਲਕੁਲ ਕਾਂਗਰਸ ਦੇ ਨਾਲ ਪੱਕੇ ਤੌਰ ਤੇ ਜੁੜੇ ਹੋਏ ਨੇ। ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਉਹਨਾਂ ਦਾ ਨਾਮ ਤਾਂ ਗਾਹੇ ਬਗਾਹੇ ਆਉਂਦਾ ਰਿਹਾ ਜੀ, ਪਰ ਕੋਈ ਉਹਨਾਂ ਦੀ ਸਰਕਾਰੇ ਦਰਬਾਰੇ ਕੋਈ ਇੰਨੀ ਜ਼ਿਆਦਾ ਅਹਿਮੀਅਤ ਦੇਖੀ ਨਹੀਂ ਗਈ ਜਿਸ ਵਿੱਚ ਉਹ ਕੋਈ ਡਿਸੀਜਨ ਲੈ ਕੇ ਕੁਛ ਸਵਾਰ ਸਕਣ ਕਿਸੇ ਮਹਿਕਮੇ ਦਾ, ਕਿਤੇ ਕਿਸੇ ਹੋਰ ਗੱਲ ਦਾ ਜੀ। ਗਲਤ ਕਾਰਨਾਂ ਕਰਕੇ ਸਗੋਂ ਇੱਕ ਦੋ ਵਾਰੀ ਉਹ ਖਬਰਾਂ ਦੇ ਵਿੱਚ ਆ ਗਏ। ਬਿਲਕੁਲ, ਚਲੋ ਹੋ ਜਾਂਦਾ, ਹਮੇਸ਼ਾ ਹੀ ਕਹਿੰਦੇ ਆ ਹਸਾਏ ਦਾ ਨਾਮ ਨਹੀਂ ਹੁੰਦਾ, ਰਵਾਏ ਦਾ ਨਾਮ ਹੁੰਦਾ ਜੀ ਜੀ। ਖੈਰ, ਉਹ ਆ ਜਾਂਦੇ ਨੇ। ਹੁਣ ਜਦੋਂ ਟਰਾਂਸਪੋਰਟ ਮੰਤਰੀ ਬਣ ਕੇ ਜੀ ਤੇ ਫਿਰ ਉਹਨਾਂ ਤੇ ਦਬਾਅ ਤੇ ਹੁੰਦਾ ਹੈ। ਬਿਲਕੁਲ। ਤੇ ਵਿਰੋਧੀ ਧਿਰ ਵੀ ਕਹਿੰਦੀ ਹੈ ਕਿ ਹੋਰ ਚਲੋ ਕੰਮ ਜਿਹੜੇ ਰੋਜ਼ਗਾਰ ਦੇ ਨੇ ਜਾਂ ਉਹ ਹੈ, ਉਹ ਤੇ ਤੁਹਾਡੇ ਹੱਥ ਵੱਸ, ਚਲੋ ਜਿੰਨੇ ਕੁ ਹੋਣਗੇ ਤੁਸੀਂ ਕਰੋਗੇ ਸਰਕਾਰ ਦੇ ਤੌਰ ਤੇ ਜੀ, ਆਹ ਤੇ ਕਰੋ। ਟਰਾਂਸਪੋਰਟ ਜਿਹੜੀ ਨਾਜਾਇਜ਼ ਟਰਾਂਸਪੋਰਟ ਚੱਲਦੀ ਹੈ ਉਸ ਤੇ ਕਾਰਵਾਈ ਤੇ ਕੀਤੀ ਜਾਵੇ। ਬਿਲਕੁਲ। ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੇ ਇੱਕ ਪੂਰੀ ਸੂਚੀ ਸੌਂਪੀ ਹੈ ਜਿਹੜੇ ਗੈਰ ਕਾਨੂੰਨੀ ਪਰਮਿਟ ਤੇ ਬੱਸਾਂ ਪੰਜਾਬ 'ਚ ਚੱਲ ਰਹੀਆਂ ਨੇ ਜੀ। ਉਹਨਾਂ ਕਿਹਾ ਕਿ ਜਿੰਨੇ ਕਿਤੇ ਕਾਰਵਾਈ ਹੋਈ ਹੈ 200 ਤੇ ਕੁਛ ਲਾਗੇ ਬੱਸਾਂ ਜਿਹੜੀਆਂ ਨੇ ਜ਼ਬਤ ਹੋਈਆਂ ਨੇ ਜੀ, ਪਰਮਿਟ ਰੱਦ ਹੋਏ ਨੇ। ਤੁਸੀਂ ਮੈਨੂੰ ਦੱਸੋ ਹਰਪ੍ਰੀਤ ਜੀ, ਜੇ ਅਸੀਂ ਥਿਊਰੀ ਦੇ ਤੌਰ ਤੇ ਦੱਸਣਾ ਹੋਵੇ ਗੈਰ ਕਾਨੂੰਨੀ ਪਰਮਿਟ ਕੀ ਹੁੰਦਾ ਹੈ, ਦੱਸੋ। ਪਰਮਿਟ ਤੇ ਪਰਮਿਟ ਹੈ ਤੇ ਗੈਰ ਕਾਨੂੰਨੀ ਪਰਮਿਟ ਕੀ ਹੋਇਆ? ਜਿਵੇਂ ਪੈਸਾ ਥੱਲੋਂ ਹੁੰਦਾ ਉਵੇਂ ਹੀ ਗੈਰ ਕਾਨੂੰਨੀ ਕੰਮ ਥੱਲੋਂ ਹੁੰਦਾ ਜੀ। ਇਸ ਤਰ੍ਹਾਂ ਗੈਰ ਕਾਨੂੰਨੀ ਪਰਮਿਟ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਪਰ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਹੈ ਕਿ ਇੱਕ ਪਰਮਿਟ ਦੇ ਨਾਂ ਤੇ ਗਾਂ ਹੋਰ ਸਬ ਪਰਮਿਟ ਜਾਰੀ ਕੀਤੇ ਗਏ, ਜੋ 5000 ਉਹਨਾਂ ਦੀ ਗਿਣਤੀ ਬਣਦੀ ਹੈ, ਜੋ ਪੰਜਾਬ ਵਿੱਚ ਅੱਜ ਵੀ ਚੱਲ ਰਹੇ ਨੇ। ਬਿਲਕੁਲ। ਰਾਜਾ ਵੜਿੰਗ ਤੇ ਦਬਾਅ ਬਣਿਆ ਤੇ ਰਾਜਾ ਵੜਿੰਗ ਨੇ ਜਾ ਕੇ ਪਹਿਲਾਂ ਨਜਾਇਜ਼ ਖੋਖੇ ਜਿਹੜੇ ਬੱਸ ਅੱਡਿਆਂ 'ਚ ਬਣਾਏ ਹੋਏ ਸੀ ਉਹ ਚੁਕਾਉਣੇ ਸ਼ੁਰੂ ਕੀਤੇ ਜੀ। ਤੇ ਅਸੀਂ ਵੀ ਕਿਹਾ ਤੇ ਲੋਕਾਂ ਨੇ ਵੀ ਕਿਹਾ ਵੀ ਇਹ ਟਰਾਂਸਪੋਰਟ ਮੰਤਰੀ ਦਾ ਕੰਮ ਨਹੀਂ, ਇਹ ਤਾਂ ਵੱਡੇ ਫੈਸਲੇ ਹੋਰ ਬੜੇ ਕਰਨ ਵਾਲੇ ਨੇ, ਪਹਿਲਾਂ ਉਹ ਤੇ ਲਾਓ। ਬਿਲਕੁਲ। ਖੈਰ, ਉਹਨਾਂ ਨੇ ਕੰਮ ਜਾਰੀ ਰੱਖਿਆ। ਉਹਨਾਂ ਨੇ ਛਾਪੇ ਵੀ ਮਾਰੇ, ਕੂੜਾ ਵੀ ਚੁਕਵਾਇਆ, ਬਿਲਕੁਲ ਨਜਾਇਜ਼ ਕਾਊਂਟਰ ਵੀ ਚੁਕਵਾਏ ਨੇ ਤੇ ਬੱਸਾਂ ਵੀ ਜ਼ਬਤ ਕੀਤੀਆਂ ਨੇ ਤੇ ਪਰਮਿਟ ਰੱਦ ਕੀਤੇ ਨੇ ਜੀ। ਉਹਨਾਂ ਦੇ ਆਪਣੇ ਦੱਸਣ ਮੁਤਾਬਕ PRTC ਤੇ ਰੋਡਵੇਜ਼ ਨੂੰ ਰੋਜ਼ਾਨਾ 40 ਲੱਖ ਦਾ ਫਾਇਦਾ ਜਿਹੜਾ ਹੋਣ ਲੱਗਾ ਹੈ ਇੰਨੀ ਕਾਰਵਾਈ ਦੇ ਨਾਲ ਜੀ। 200 ਤੋਂ ਵੱਧ ਬੱਸਾਂ ਜ਼ਬਤ ਨੇ, ਬਾਕੀ ਪਹਿਲਾਂ ਹੀ ਮਾਲਕਾਂ ਨੇ ਅੱਡਿਆਂ ਤੇ ਖੜੀਆਂ ਕਰ ਲਈਆਂ ਨੇ। ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਇੱਕ ਦਿਨ ਵਿੱਚ ਚੈਕਿੰਗ ਕੀਤੀ ਹੈ ਤੇ 20 ਤੋਂ ਵੱਧ ਬੱਸਾਂ ਜਿਹੜੀਆਂ ਨੇ ਉਹ ਜ਼ਬਤ ਕੀਤੀਆਂ ਨੇ, ਜਿਨ੍ਹਾਂ ਵਿੱਚ ਔਰਬਿਟ ਕੰਪਨੀ ਜੋ ਬਾਦਲ ਪਰਿਵਾਰ ਦੀ ਮਾਲਕੀ ਵਾਲੀ ਹੈ ਉਹਨਾਂ ਦੀਆਂ ਬੱਸਾਂ ਵੀ ਸ਼ਾਮਲ ਨੇ ਜੀ। ਹੁਣ ਇੱਕ ਗੱਲ ਦਾ ਤੁਸੀਂ ਅੰਦਾਜ਼ਾ ਲਾਓ ਜੀ, ਜੇ ਬਠਿੰਡੇ ਬੱਸ ਸਟੈਂਡ ਤੇ ਪਟਿਆਲੇ ਬੱਸ ਸਟੈਂਡ ਤੇ ਕਾਰਵਾਈ ਹੋ ਰਹੀ ਹੈ ਜੀ, ਤੇ ਇੱਧਰ ਉਹ ਜਿਹੜੇ ਮਾਲਕ ਨੇ ਇੰਨੇ ਬੇਖੌਫ ਨੇ ਪ੍ਰਾਈਵੇਟ ਆਪਰੇਟਰ ਕਿ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਡਰ ਹੀ ਕੋਈ ਨਹੀਂ ਕਿ ਟਰਾਂਸਪੋਰਟ ਮੰਤਰੀ ਨਵੇਂ ਬਣੇ ਹੋਏ ਨੇ ਤੇ ਸਾਡੇ ਤੇ ਕਾਰਵਾਈ ਕਰਨਗੇ ਤੇ ਕਰ ਲੈਣ ਕਾਰਵਾਈ ਜੀ। ਉਹ ਵੀ ਤੁਸੀਂ ਜੇ ਨਜਾਇਜ਼ ਚਲਾ ਰਹੇ ਹੋ, ਜਿਹੜਾ ਨਜਾਇਜ਼ ਕਾਰੋਬਾਰ ਕਰਦਾ ਉਹ ਕਹਿੰਦਾ ਕਿ ਚਲੋ ਅਜੇ ਲੋਹਾ ਗਰਮ ਹੈ, ਥੋੜੇ ਦਿਨ ਜਰਾ ਆਰਾਮ ਨਾਲ ਬੈਠ ਜਾਓ, ਉਹ ਅਜੇ ਵੀ ਚਲਾ ਰਹੇ ਨੇ। ਇੰਨੀ ਖੁੱਲ੍ਹ ਹੈ ਉਹਨਾਂ ਨੂੰ। ਖੈਰ, ਦਬਾਅ ਬਣਿਆ ਤੇ ਜ਼ਬਤ ਹੋਈਆਂ ਬੱਸਾਂ, ਜ਼ਬਤ ਹੋ ਰਹੇ ਨੇ ਪਰਮਿਟ ਤੇ PRTC ਨੇ ਪੰਜਾਬ ਰੋਡਵੇਜ਼ ਨੂੰ ਪੰਜਾਬ ਸਰਕਾਰ ਨੇ
ਟਾਟਾ ਕੰਪਨੀ ਦਾ ਜਿਹੜਾ ਹੈ ਉਹ ਤਕਰੀਬਨ 842 ਬੱਸਾਂ ਦਾ ਨਵਾਂ ਆਰਡਰ ਕਹਿੰਦੇ ਦਿੱਤਾ ਹੈ, ਜੋ 1.5 ਮਹੀਨੇ ਤੱਕ ਸੜਕਾਂ ਤੇ ਆ ਜਾਣਗੀਆਂ। ਇਹ ਬੱਸਾਂ ਆਉਣਗੀਆਂ ਤੇ ਲੋਕਾਂ ਨੂੰ ਕਿਰਾਇਆ ਵੀ ਕੋਈ ਸਸਤਾ ਮਿਲੇਗਾ ਸ਼ਾਇਦ, ਤੇ ਜਿਹੜਾ ਸਰਕਾਰ ਦਾ ਖਜ਼ਾਨਾ ਵੀ ਭਰੇਗਾ, ਤੇ ਜੋ ਇੰਨੇ ਸਮੇਂ ਤੋਂ ਚੂਨਾ ਲੱਗ ਰਿਹਾ ਸੀ ਉਸ ਦਾ ਜਵਾਬ ਕੌਣ ਦੇਗਾ ਜੀ? ਉਸ ਦਾ ਜਵਾਬ ਕਿਸੇ ਨੇ ਨਹੀਂ ਅਜੇ ਤੱਕ ਦਿੱਤਾ। ਹੈਰਾਨੀ ਦੀ ਗੱਲ ਹੈ, ਇੰਨੀ ਵੱਡੀ ਕਾਰਵਾਈ ਰਾਜਾ ਵੜਿੰਗ ਨੇ ਕੀਤੀ ਹੈ, ਸ਼ਾਬਾਸ਼ ਹੈ ਉਹਨਾਂ ਦੀ। ਪਹਿਲੀ ਤਾਂ ਇਹ ਗੱਲ ਹੈ ਜੀ, ਇੰਨੀ ਵੱਡੀ ਕਾਰਵਾਈ ਹੋਈ ਹੈ ਜੀ, ਤੁਸੀਂ ਕੋਈ ਬਿਆਨ ਕਿਸੇ ਪ੍ਰਾਈਵੇਟ ਆਪਰੇਟਰ ਵੱਲੋਂ ਸੁਣਿਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਜੀ? ਜਾਂ ਬਾਦਲਾਂ ਦੇ ਪਰਿਵਾਰ ਨੇ ਇਹ ਗੱਲ ਆਖੀ ਹੋਵੇ ਕਿ ਸਾਡੇ ਤੇ ਨਜਾਇਜ਼ ਕਾਰਵਾਈ ਹੋ ਰਹੀ ਹੈ? ਕਿਸੇ ਨੇ ਨਿਖੇਧੀ ਕੀਤੀ ਹੋਵੇ ਜੀ ਕਿ ਰਾਜਾ ਵੜਿੰਗ ਜਿਹੜੇ ਨੇ ਧੱਕਾ ਕਰ ਰਹੇ ਨੇ ਜੀ? ਇਹਦਾ ਮਤਲਬ ਹੈ ਕਿ ਧੱਕਾ ਹੁਣ ਨਹੀਂ ਹੋ ਰਿਹਾ, ਧੱਕਾ ਪਹਿਲਾਂ ਹੋ ਰਿਹਾ ਸੀ। ਬਿਲਕੁਲ। ਇਹ 4.5 ਸਾਲਾਂ ਦਾ ਹਿਸਾਬ ਜਿਹੜਾ ਪੰਜਾਬ ਦੇ ਖਜ਼ਾਨੇ ਦੀ ਲੁੱਟ ਹੋਈ ਹੈ ਜੀ, 4 ਮਹੀਨਿਆਂ ਵਿੱਚ ਤੇ ਪੂਰੀ ਹੋਣ ਵਾਲੀ ਨਹੀਂ ਹਰਪ੍ਰੀਤ ਜੀ ਜੀ। ਪਰ ਇਸ ਦੇ ਜਵਾਬ ਦੇ ਕਿਸੇ ਨਾ ਕਿਸੇ ਨੂੰ ਹੋਣਾ ਚਾਹੀਦਾ ਹੈ। ਬਿਲਕੁਲ। ਸਾਡੇ ਪਹਿਲੇ ਟਰਾਂਸਪੋਰਟ ਮੰਤਰੀ ਕੀ ਕਰਦੇ ਰਹੇ ਨੇ ਜੀ? ਕੈਪਟਨ ਸਾਹਿਬ ਕਿਉਂ ਨਹੀਂ ਬੋਲਦੇ ਕਿ ਇਹ ਬੱਸਾਂ ਦੇ ਜਦੋਂ ਲੋਕ ਰੌਲਾ ਪਾ ਰਹੇ ਸੀ ਤੁਸੀਂ ਕਿਉਂ ਨਾ ਬੰਦ ਕੀਤੀਆਂ? ਬਿਲਕੁਲ। ਅਜੇ ਤਾਂ ਸ਼ੁਰੂਆਤ ਹੈ। 200 ਕੀ 5000 ਪਰਮਿਟ ਕੀ, ਇਹ ਤਾਂ ਪਤਾ ਨਹੀਂ ਕਿੰਨੇ ਨਿਕਲਣੇ ਨੇ। ਇੱਕ ਬੱਸ ਹੈ ਕੰਪਨੀ ਦੀ, ਇੱਕ ਨੰਬਰ ਹੈ, ਇੱਕ ਇੰਸ਼ੋਰੈਂਸ ਹੈ, ਇੱਕ ਪੋਲੂਸ਼ਨ ਦਾ ਸਰਟੀਫਿਕੇਟ ਹੈ, ਇੱਕ ਪਰਮਿਟ ਹੈ, ਇੱਕੋ ਹੀ ਨੰਬਰ ਦੀ ਬੱਸ ਵੱਖ-ਵੱਖ ਥਾਵਾਂ ਤੇ, ਇੱਕ ਪਟਿਆਲੇ ਨੂੰ ਜਾ ਰਹੀ ਹੈ, ਇੱਕ ਪਠਾਨਕੋਟ ਨੂੰ ਜਾ ਰਹੀ ਹੈ, ਇੱਕ ਅੰਮ੍ਰਿਤਸਰ ਨੂੰ ਜਾ ਰਹੀ ਹੈ, ਇੱਕ ਫਿਰੋਜ਼ਪੁਰ ਨੂੰ ਜਾ ਰਹੀ ਹੈ ਜੀ। ਇਸ ਤਰ੍ਹਾਂ ਕੰਮ ਚੱਲਦੇ ਨੇ ਜੀ। ਇੰਨੇ ਵੱਡੇ ਪੱਧਰ ਤੇ ਫਰਾਡ ਹੋਏ ਨੇ ਜਿਹੜੇ ਪੰਜਾਬ ਦੇ ਨਾਲ ਹੋਏ ਨੇ, ਪੰਜਾਬ ਦੇ ਲੋਕਾਂ ਨਾਲ ਧੋਖਾ ਹੋਇਆ। ਹੁਣ ਹਿਸਾਬ ਦੇਣ ਦੀ ਵਾਰੀ ਹੈ ਜੀ। ਚੰਗਾ ਹੋਵੇ ਇਹਨਾਂ ਤੋਂ ਇਹ ਜਿਹੜੇ ਇਸ ਤਰ੍ਹਾਂ ਨਜਾਇਜ਼ ਚਲਾਉਂਦੇ ਰਹੇ ਨੇ, ਤਾਂ ਪਿਛਲਾ ਹਿਸਾਬ ਹੀ ਇਹਨਾਂ ਤੋਂ ਲਿਆ ਜਾਵੇ। ਬਿਲਕੁਲ। ਜੇ ਅਸੀਂ ਗੱਲ ਕਰੀਏ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਾਂ ਜ਼ਰੂਰ ਆਪਣੇ ਜਿਹੜਾ ਉਹਨਾਂ ਨੂੰ ਮਹਿਕਮਾ ਮਿਲਿਆ ਉਹਦੇ ਨਾਲ ਉਹ ਵਫਾ ਕਰਦੇ ਨਜ਼ਰ ਆ ਰਹੇ ਨੇ, ਤੇ ਉਹਨਾਂ ਨੇ ਜਿਹੜੀਆਂ ਨਾਜਾਇਜ਼ ਬੱਸਾਂ ਉਹਨਾਂ ਨੂੰ ਬ੍ਰੇਕ ਲਗਾ ਦਿੱਤੀ ਹੈ। ਤੇ ਸ਼ਰਦ ਪਵਾਰ ਜਿਹੜੇ ਸਾਡੇ ਕੇਂਦਰੀ ਮੰਤਰੀ ਨੇ, ਉਹਨਾਂ ਦਾ ਵੀ ਕੁਝ ਕਹਿਣਾ ਹੈ ਕਿਸਾਨਾਂ ਨੂੰ ਲੈ ਕੇ, ਜਿਸ ਬਾਰੇ ਅਸੀਂ ਬ੍ਰੇਕ ਤੋਂ ਬਾਅਦ ਚਰਚਾ ਕਰਾਂਗੇ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਸੋ ਕੁਲਦੀਪ ਜੀ, ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਅਸੀਂ ਸ਼ਰਦ ਪਵਾਰ ਦੀ। ਸਾਬਕਾ ਮੰਤਰੀ ਜਿਹੜੇ ਸ਼ਰਦ ਪਵਾਰ ਨੇ, ਉਹਨਾਂ ਨੇ ਇਤਿਹਾਸ ਦੇ ਪੰਨੇ ਫਰੋਲੇ ਨੇ, ਤੇ ਉਹਦੇ ਵਿੱਚ ਉਹਨਾਂ ਨੇ ਕੁਝ ਇਹੋ ਜਿਹੀਆਂ ਗੱਲਾਂ ਕਹਿ ਦਿੱਤੀਆਂ ਨੇ, ਕਿਸਾਨੀ ਦਾ ਸਮਰਥਨ ਵੀ ਕਰ ਦਿੱਤਾ ਹੈ, ਬਹੁਤ ਕੁਝ ਉਹ ਛੋਟੇ ਜਿਹੇ ਆਪਣੇ ਬਿਆਨ ਦੇ ਵਿੱਚ ਕਹਿੰਦੇ ਨਜ਼ਰ ਆਏ ਨੇ। ਕੀ ਕਹਿਣਾ ਚਾਹੋਗੇ ਸ਼ਰਦ ਪਵਾਰ ਦੇ ਬਾਰੇ? ਕੁਝ ਮਹੀਨੇ ਪਹਿਲਾਂ ਉਹਨਾਂ ਦਾ ਬਿਆਨ ਆਇਆ ਸੀ ਜੀ, ਉੱਥੋਂ ਇਹ ਲੱਗਾ ਸੀ ਕਿ ਕਿਸਾਨ ਅੰਦੋਲਨ ਦਾ ਸਮਰਥਨ ਨਹੀਂ ਕਰਦੇ ਜੀ। ਥੋੜਾ ਜਿਹਾ ਲੱਗਾ ਕਿ ਪ੍ਰੋ ਭਾਜਪਾ ਜਾਂ ਉਹਨਾਂ ਦਾ ਬਿਆਨ ਕਿਸਾਨ ਜਥੇਬੰਦੀਆਂ ਨੂੰ ਲੱਗਾ ਸੀ ਜੀ। ਸ਼ਾਇਦ ਉਹ ਕਹਿ ਰਹੇ ਸੀ ਕਿ ਬੈਠ ਕੇ ਗੱਲ ਕਰਨੀ ਚਾਹੀਦੀ, ਜੇ ਸੌਰ ਨੋ ਵਾਲੀ ਕੋਈ ਗੱਲ ਨਹੀਂ ਹੁੰਦੀ। ਸ਼ਰਦ ਪਵਾਰ ਵੱਡੇ ਆਗੂ ਨੇ ਜੀ। ਕਾਂਗਰਸ ਦੇ ਵਿੱਚ ਉਹਨਾਂ ਦਾ ਰੁਤਬਾ ਮੁਕਾਮ ਕਿਸੇ ਵੇਲੇ ਇਹੋ ਸੀ ਕਿ ਉਹਨਾਂ ਨੂੰ ਬਹੁਤ ਸਾਰੇ ਲੋਕ ਸੰਭਾਵੀ ਪ੍ਰਧਾਨ ਮੰਤਰੀ ਵਜੋਂ ਦੇਖਦੇ ਸਨ ਜੀ। ਫਿਰ ਉਹ ਥੋੜਾ ਜਿਹਾ ਗਾਂਧੀ ਪਰਿਵਾਰ ਨਾਲ ਨਜ਼ਦੀਕੀਆਂ ਘਟੀਆਂ ਤੇ ਉਹ ਪਰੇ ਹੋ ਗਏ ਜੀ। ਡਾਕਟਰ ਮਨਮੋਹਨ ਸਿੰਘ ਦੇ ਆਉਣ ਨਾਲ ਇਸ ਤਰ੍ਹਾਂ ਦੀ ਕਈ ਚਾਹਤ ਰੱਖਣ ਵਾਲੇ ਆਗੂ ਜਿਹੜੇ ਸੀ ਉਹ ਲਪੇਟੇ ਗਏ ਸੀ। ਬਿਲਕੁਲ। ਖੈਰ ਕੋਈ ਬੋਲਿਆ ਨਹੀਂ ਉਸ ਵੇਲੇ, ਕਿਉਂਕਿ ਗਾਂਧੀ ਪਰਿਵਾਰ ਦੀ ਇਜਾਰੇਦਾਰੀ ਸੀ। ਉਸ ਤੋਂ ਪਹਿਲਾਂ ਨਰਸਿਮਹਾ ਰਾਓ ਦੇ ਸਮੇਂ ਤੇ ਗਾਂਧੀ ਪਰਿਵਾਰ ਸਾਈਡ ਲਾਈਨ ਤੇ ਲੱਗਾ ਰਿਹਾ ਸੀ। ਬਿਲਕੁਲ। ਸ਼ਰਦ ਪਵਾਰ ਨੇ ਮਹਾਰਾਸ਼ਟਰ ਦੇ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਜੀ। ਭਾਰਤ ਦੇ ਰੱਖਿਆ ਮੰਤਰੀ ਵੀ ਰਹੇ ਨੇ, ਉਹਨਾਂ ਦੀ ਬੜੇ ਫਿੱਟ ਵੀ ਸਨ, ਤੇ ਹੁਣ ਉਹਨਾਂ ਦੀ ਸਿਹਤ ਉਨੀ ਖੈਰ ਵਧੀਆ ਨਹੀਂ, ਪਰ ਉਹਨਾਂ ਨੇ ਹੁਣ ਕੋਸ਼ਿਸ਼ਾਂ ਕੀਤੀਆਂ ਕਿ ਤੀਜਾ ਫਰੰਟ ਕਿਸੇ ਤਰ੍ਹਾਂ ਨਾ, ਜੇ ਮੈਂ ਪੱਛਮੀ ਕੋਸਟ ਤੇ ਬੈਠਾ ਹੋਇਆ ਮਹਾਰਾਸ਼ਟਰ ਵਿੱਚ, ਪੂਰਬ ਵਾਲਿਆਂ ਨੂੰ ਮਿਲਾ ਲਈਏ, ਵਿੱਚ ਉੱਤਰ ਵਾਲਿਆਂ ਨੂੰ ਮਿਲਾ ਲਈਏ, ਤੇ ਉਧਰੋਂ ਜਿਹੜੇ ਨੇ ਆਂਧਰਾ ਵਾਲਿਆਂ ਨੂੰ ਕੁਝ ਖਿੱਚੀਏ ਚੰਦਰ ਬਾਬੂ ਨਾਇਡੂ ਨੇ, ਤੇ ਕੋਈ ਨਾ ਕੁਝ ਕਰੀਏ। ਕੋਸ਼ਿਸ਼ ਉਹਨਾਂ ਵੱਲੋਂ ਹੋਈ ਹੈ, ਪਰ ਪ੍ਰਸ਼ਾਂਤ ਕਿਸ਼ੋਰ ਕੁਝ ਮੀਟਿੰਗਾਂ ਕਰਕੇ ਪੈਰ ਪਿਛਾਂ ਖਿੱਚ ਗਏ। ਸ਼ਰਦ ਪਵਾਰ ਨੇ ਜਿਹੜੀਆਂ ਹੁਣ ਗੱਲਾਂ ਕੀਤੀਆਂ ਨੇ ਉਹ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਇੱਕ ਤਰੀਕੇ ਨਾਲ ਮੈਂ ਕਹਿ ਸਕਦਾ ਜੀ, ਪਰ ਇਹ ਨਹੀਂ ਮੈਂ ਅਜੇ ਕਹਿ ਸਕਦਾ ਕਿ ਉਹਨਾਂ ਨੇ 3 ਬਿੱਲ ਵਾਪਸ ਕਰਾਉਣ ਦੇ ਹੱਕ ਦੇ ਵਿੱਚ ਗੱਲ ਕੀਤੀ ਹੈ ਜੀ। ਮੈਂ ਦੱਸਦਾ ਕਿਉਂ। ਉਹਨਾਂ ਨੇ ਕਿਹਾ ਇਹ ਹੈ ਕਿ ਪੰਜਾਬ ਨੂੰ ਅਪਸੈਟ ਕਰਨ ਦਾ ਖਾਮਿਆਜ਼ਾ ਇੰਦਰਾ ਗਾਂਧੀ ਨੂੰ ਜਾਨ ਦੇ ਕੇ ਭੁਗਤਣਾ ਪਿਆ। ਸਪਸ਼ਟ ਸੀ ਕਿ ਪੰਜਾਬ ਨੂੰ ਅਪਸੈਟ ਕਰਨ ਦਾ। ਬਿਲਕੁਲ। ਹੁਣ ਇਸ ਵਿੱਚੋਂ ਸਵਾਲ ਇੱਕ ਹੋਰ ਪੈ ਜਾਂਦਾ, ਨਿਕਲ ਆਉਂਦਾ ਜੀ, ਕਿ ਪੰਜਾਬ ਨੂੰ ਅਪਸੈਟ ਕਰਨ ਦੀ ਕੋਸ਼ਿਸ਼ ਤਾਂ ਹੋਈ ਨਾ ਫਿਰ। ਬਿਲਕੁਲ। ਉਹ ਫਿਰ ਕਿਸ ਨੇ ਕੀਤੀ? ਜਿਸ ਦਾ ਉਹ ਆਪਣੀ ਆਗੂ ਦਾ ਨਾਮ ਲੈਂਦੇ ਨੇ, ਕੀ ਉਸੇ ਨੇ ਕੀਤੀ ਸੀ? ਇੰਦਰਾ ਨੇ ਕੀਤੀ ਸੀ। ਬਿਲਕੁਲ। ਇਸ ਗੱਲ ਤੇ ਸ਼ਾਇਦ ਉਹਨਾਂ ਨੂੰ ਖਿੱਚਿਆ ਜਾਵੇ
ਤੇ ਸ਼ਾਇਦ ਨਾ ਖਿੱਚਿਆ ਜਾਵੇ। ਜੇ ਕਿਸੇ ਪਰ ਦੇ ਗੱਲ ਦਿਮਾਗ 'ਚ ਸੋਚਣ ਵਾਲੀ, ਜੇ ਕਿਸੇ ਦੇ ਦਿਮਾਗ 'ਚ ਆ ਜਾਂਦਾ ਤਾਂ ਖਿੱਚਣਗੇ। ਜੀ ਪੰਜਾਬ ਨੂੰ ਛੇੜਿਆ ਜਾਵੇ। ਪੰਜਾਬ ਉਹਨਾਂ ਨੇ ਕਿਹਾ ਕਿ ਸਰਹੱਦੀ ਸੂਬਾ ਹੈ, ਮਿਹਨਤੀ ਲੋਕ ਨੇ, ਇਹਨਾਂ ਨੇ ਅਨਾਜ ਪੈਦਾ ਕੀਤਾ, ਇਹਨਾਂ ਨੇ ਸਾਨੂੰ ਯੋਧੇ ਦਿੱਤੇ ਨੇ, ਸੂਰਬੀਰ ਦਿੱਤੇ ਨੇ, ਕ੍ਰਾਂਤੀਕਾਰੀ ਦਿੱਤੇ ਨੇ, ਆਜ਼ਾਦੀ ਦੇ ਘੁਲਾਟੀਏ ਦਿੱਤੇ ਨੇ। ਜੀ ਪਰ ਹੁਣ ਇਹਨਾਂ ਦੀ ਗੱਲ ਜਿਹੜੀ ਆ ਉਹ ਸੁਣਨੀ ਚਾਹੀਦੀ ਹੈ ਸਰਕਾਰ ਨੂੰ। ਲਖੀਮਪੁਰ ਦੇ ਮਾਮਲੇ ਤੋਂ ਬਾਅਦ ਥੋੜਾ ਜਿਹਾ ਬੋਲੇ ਨੇ, ਉਹਨੇ ਕਿਹਾ ਕਿ ਮੈਂ ਪ੍ਰਦਰਸ਼ਨ ਵਾਲੀ ਜਗ੍ਹਾ ਵੀ ਦੇਖੀ ਹੈ, ਸ਼ਾਇਦ ਮੋਰਚਾ ਦੇਖਿਆ ਹੋਵੇ ਉਹਨਾਂ ਨੇ ਲੱਗਾ ਹੋਇਆ। ਜੀ ਉਹਨਾਂ ਨੇ ਗੱਲ ਹੁਣੇ ਕੀਤੀ ਹੈ ਕਿ ਸਰਕਾਰ ਦਾ ਇੱਥੇ ਜਿਹੜਾ ਸਟੈਂਡ ਹੈ ਉਹ ਤਰਕ ਸੰਗਤ ਨਹੀਂ ਹੈ। ਸਟੈਂਡ ਤੋਂ ਭਾਵ ਇਹ ਹੈ ਕਿ ਸਰਕਾਰ ਦੇ ਸਟੈਂਡ ਬਾਰੇ ਉਹਨਾਂ ਨੇ ਇਹ ਕਿਹਾ ਕਿ ਸੰਵੇਦਨਸ਼ੀਲਤਾ ਨਾਲ ਇਸ ਨੂੰ ਨਜਿੱਠੋ ਤੇ ਇਸ ਮਸਲੇ ਦਾ ਕੋਈ ਹੱਲ ਕੱਢੋ। ਬਿਲਕੁਲ। ਹੁਣ ਇੱਥੇ ਵੀ ਉਹਨਾਂ ਦਾ ਇਸ਼ਾਰਾ ਜਿਹੜਾ ਹੈ ਉਹ ਸਰਕਾਰ ਪ੍ਰਤੀ ਹੈ ਕਿ ਉਹ ਕਹਿ ਰਹੇ ਨੇ ਕਿ ਸਰਕਾਰ ਜਿਹੜੀ ਹੈ ਗੈਰ ਸੰਵੇਦਨਸ਼ੀਲ ਹੈ। ਬਿਲਕੁਲ ਉਹਨਾਂ ਨੂੰ ਲੱਗਾ ਇਸੇ ਤਰ੍ਹਾਂ। ਉਹਨਾਂ ਨੇ ਇਹੋ ਹੀ ਗੱਲ ਆਖੀ ਹੈ ਕਿ ਸਰਕਾਰ ਦਾ ਰਵੱਈਆ ਉਹ ਨੈਗੇਟਿਵਿਟੀ ਵਾਲਾ ਹੈ। ਭਾਵ ਜੇ ਪਿਛਲੇ ਸਾਲ ਅੰਦੋਲਨ ਸ਼ੁਰੂ ਹੋਇਆ ਸੀ ਜੀ ਤੇ ਤੁਸੀਂ ਕਣਕ ਦੀ ਜਿਹੜੀ ਪੁਰਾਣੇ ਨਿਯਮ ਨਾਲ ਕਣਕ ਚੱਕ ਹੋਣੀ ਸੀ ਮੰਡੀਆਂ ਚੋਂ, ਕਿਉਂਕਿ ਨਵੇਂ ਕਾਨੂੰਨਾਂ ਤੇ ਅਜੇ ਤੱਕ ਤਾਂ ਰੋਕ ਲੱਗੀ ਹੋਈ ਹੈ। ਬਿਲਕੁਲ। ਜੇ ਨਿਯਮ ਨਾਲ ਕਣਕ ਚੱਕ ਹੋਣੀ ਸੀ, ਜੇ ਇੰਨੇ ਸਾਲਾਂ ਤੋਂ ਚੁੱਕ ਹੋ ਕੇ ਆ ਰਹੀ ਸੀ, ਫਿਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦਾ ਗਲ ਘੁੱਟਣ ਲਈ ਨਮੀ ਦੀ ਮਾਤਰਾ ਕਿਉਂ ਜਿਹੜੀ ਸੀ ਉਹਦਾ ਪੱਧਰ ਜਿਹੜਾ ਸੀ ਕਿਉਂ ਉੱਪਰ ਕਰ ਦਿੱਤਾ? ਕਿਉਂ ਉਸ ਨੂੰ ਇੰਨੇ ਇਸ ਲੈਵਲ ਤੇ ਲੈ ਗਏ? ਜੀ ਉਹ ਨਮੀ ਦੀ ਮਾਤਰਾ ਦਾ ਘਟਾਇਆ ਕਿ ਇਹ ਤੋਂ ਘੱਟ ਅਸੀਂ ਨਮੀ ਵਾਲੀ ਕਣਕ ਨਹੀਂ ਖਰੀਦਣੀ। ਕਣਕ ਦੀ ਖਰੀਦ ਦੇ ਵਿੱਚ ਲੋਕਾਂ ਨੂੰ ਖੱਜਲ ਖੁਆਰ ਕੀਤਾ ਗਿਆ। ਬਿਲਕੁਲ। ਫੂਡ ਕਾਰਪੋਰੇਸ਼ਨ ਇੰਡੀਆ ਜੋ ਸਭ ਤੋਂ ਵੱਡੀ ਖਰੀਦਦਾਰ ਹੋਇਆ ਕਰਦੀ ਹੈ, ਜੀ ਉਹਨੇ ਪੈਰ ਕਿਉਂ ਪਿਛਾਂਹ ਖਿੱਚੇ? ਬਿਲਕੁਲ। ਪੰਜਾਬ ਦੀਆਂ ਅੱਧੀਆਂ ਤੋਂ ਵੱਧ ਮੰਡੀਆਂ ਦੇ ਵਿੱਚ ਇੱਕ ਦਾਣਾ ਕਣਕ ਦਾ ਨਹੀਂ ਉਹਨਾਂ ਨੇ ਖਰੀਦਿਆ। ਬਿਲਕੁਲ। ਲਿਫਟਿੰਗ ਬਹੁਤ ਦੇਰ ਨਾਲ ਹੋਈ। ਇਹ ਸਾਰੀਆਂ ਗੱਲਾਂ ਦੇ ਜਵਾਬ। ਖਾਦਾਂ ਦੇ ਰੇਟ, ਕੋਲੇ ਦੀ ਕਮੀ, ਖਾਦਾਂ ਦੀ ਨਾ ਮਿਲਣਾ, ਫਰਟੀਲਾਈਜ਼ਰ ਮਿਲੇ ਨਹੀਂ ਕਿਸਾਨਾਂ ਨੂੰ। ਬਿਲਕੁਲ। ਫਿਰ ਹੋਰ ਕੁਝ ਗੱਲਾਂ ਤੇ ਕਿਸਾਨਾਂ ਦਾ ਉਲਟੇ ਤਰੀਕੇ ਨਾਲ ਗਲ ਘੁੱਟਣਾ। ਜਦੋਂ ਝੋਨੇ ਦੀ ਖਰੀਦ ਆਈ ਤੇ ਪਹਿਲੀ ਤਰੀਕ ਦੀ ਬਜਾਏ ਕਹਿੰਦੇ ਨੇ ਜੀ ਅਸੀਂ 11 ਨਵੰਬਰ ਨੂੰ ਕਰਾਂਗੇ। ਬਿਲਕੁਲ। ਫਿਰ ਰੌਲਾ ਪਿਆ ਤੇ ਫਿਰ ਉਹ ਫੈਸਲਾ ਵਾਪਸ ਲੈਣਾ ਪਿਆ। ਫੈਸਲੇ ਜਾਣ ਬੁੱਝ ਕੇ ਸਰਕਾਰ ਕੇਂਦਰ ਇਹੋ ਜਿਹੇ ਲੈ ਰਹੀ ਹੈ ਜਿਸ ਨਾਲ ਕਿਸਾਨ ਹੋਰ ਤੰਗ ਹੋਣ। ਜਿਵੇਂ ਕਹਿੰਦੇ ਨੇ ਕਿ ਕਿਸੇ ਨੇ ਤੁਹਾਡੇ ਤੇ ਕੇਸ ਕੀਤਾ ਹੋਵੇ, ਤੁਸੀਂ ਜਾਂ ਤਾਂ ਡਿਫੈਂਡ ਕਰਦੇ ਜਾਓ ਤੇ ਜਾਂ ਉਸ ਤਰ੍ਹਾਂ ਦਾ ਕੇਸ ਇੱਕ ਹੋਰ ਠੋਕ ਦਿਓ। ਬਿਲਕੁਲ। ਜਿਵੇਂ ਪੰਜਾਬ 'ਚ ਕਹਿੰਦੇ ਨੇ ਕਿ ਫਲਾਣੇ ਨੇ 25 ਬਣਾਈ ਹੈ ਜਾਂ 24 ਬਣਾਈ ਹੈ, ਕਹਿੰਦੇ ਜੇ ਹੁਣ 26 ਬਣਾਓ ਤੇ ਫਿਰ ਗੱਲ ਬਣੂਗੀ। ਬਿਲਕੁਲ। ਵੱਡਾ ਕੇਸ ਦਰਜ ਹੋਵੇ। ਸਰਕਾਰ ਇਸ ਤਰੀਕੇ ਨਾਲ ਚੱਲ ਰਹੀ ਹੈ। ਸ਼ਰਦ ਪਵਾਰ ਨੇ ਇਹੋ ਹੀ ਪੁਆਇੰਟ ਆਊਟ ਕੀਤਾ, ਪਰ ਗੱਲ ਬਹੁਤ ਵੱਡੀ ਕਹੀ ਹੈ। ਇਸ ਨੂੰ ਜੇ ਗੌਰ ਨਾਲ ਸੋਚਿਆ ਜਾਵੇ ਤਾਂ ਸ਼ਰਦ ਪਵਾਰ ਦਾ ਇਹ ਕਹਿਣਾ ਹੈ ਕਿ ਸਰਕਾਰ ਇਸ ਮਾਮਲੇ ਨੂੰ ਸੰਵੇਦਨਸ਼ੀਲਤਾ ਨਾਲ ਨਹੀਂ ਲੈ ਰਹੀ, ਕਿਸਾਨਾਂ ਨਾਲ ਉਸ ਲਹਿਜੇ ਨਾਲ ਗੱਲਬਾਤ ਨੂੰ ਅੱਗੇ ਨਹੀਂ ਤੋਰ ਰਹੀ ਜਿੱਦਾਂ ਕਿ ਤੋਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਮਾਹੌਲ ਖਰਾਬ ਹੋ ਸਕਦਾ ਹੈ ਜੇ ਇਸ ਤਰ੍ਹਾਂ ਚੱਲੇ ਤੇ ਫਿਰ ਜੇ ਖਾਮਿਆਜ਼ਾ, ਉਹਨਾਂ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਖਾਮਿਆਜ਼ਾ ਭੁਗਤਿਆ ਸੀ ਤੇ ਫਿਰ ਕੀ ਉਹ ਕਹਿ ਰਹੇ ਨੇ ਕਿ ਕਿਸੇ ਹੋਰ ਨੂੰ ਵੀ ਭੁਗਤਣਾ ਪੈ ਸਕਦਾ ਜੀ। ਇਹ ਕਈ ਗੱਲਾਂ ਵੱਲੋਂ ਇਸ਼ਾਰੇ ਕਰ ਗਏ ਨੇ। ਮੈਂ ਸਮਝਦਾ ਕਿ ਉਹਨਾਂ ਦਾ ਇੱਕ ਬਿਆਨ ਜਿਹੜਾ ਹੈ ਉਹਨਾਂ ਤੋਂ ਵੀ ਸਪਸ਼ਟੀਕਰਨ ਲੈਣਾ ਚਾਹੀਦਾ ਕਿ ਤੁਸੀਂ ਅਸਲ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ, ਤੇ ਦੂਸਰਿਆਂ ਨੂੰ ਵੀ ਸੋਚਣਾ ਚਾਹੀਦਾ ਕਿ ਇੰਨੇ ਵੱਡੇ ਲੀਡਰ ਨੇ, ਇੰਨੇ ਸੀਨੀਅਰ ਲੀਡਰ ਨੇ, ਇਹਨਾਂ ਦੀ ਗੱਲ 'ਚ ਕੋਈ ਤਾਂ ਵਜ਼ਨ ਹੋਵੇਗਾ। ਤੁਸੀਂ ਐਵੇਂ ਕਿਸੇ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। ਤੇ ਜਿਹੜੇ ਭਾਜਪਾ ਵਾਲੇ ਹੁਣ ਤੱਕ ਇਹ ਕਹਿੰਦੇ ਆਏ ਨੇ ਕਿ ਵਿਰੋਧੀ ਧਿਰ ਜਿਹੜੀ ਹੈ ਵਿਦੇਸ਼ਾਂ ਦੇ ਇਸ਼ਾਰਿਆਂ ਤੇ ਬੋਲਦੀ ਹੈ, ਹਾਲਾਤ ਨੂੰ ਖਰਾਬ ਕਰ ਰਹੀ ਹੈ, ਤੱਥਾਂ ਤੋਰੇ ਸਾਨੂੰ ਬਦਨਾਮ ਕਰਨ ਹਿੱਤ, ਪ੍ਰਧਾਨ ਮੰਤਰੀ ਦੇ ਇਮੇਜ ਨੂੰ ਖਰਾਬ ਕਰਨ ਹਿੱਤ ਬੋਲ ਰਿਹਾ। ਚਲੋ ਹੁਣ ਤੇ ਉਹਨਾਂ ਨੇ ਆਪਣੀ ਗੱਲ ਕੀਤੀ ਹੈ ਨਾ, ਹੁਣ ਤੇ ਤੁਹਾਡਾ ਜਵਾਬ ਦੇਣਾ ਬਣਦਾ ਇਸ ਤੇ। ਬਿਲਕੁਲ। ਅਸੀਂ ਹਮੇਸ਼ਾ ਤੋਂ ਇਹੀ ਕਹਿੰਦੇ ਆਉਂਦੇ ਹਾਂ ਕਿ ਜਿਹੜਾ ਸਾਡਾ ਦੇਸ਼ ਹੈ, ਭਾਰਤ ਹੈ, ਇਹ ਅਨੇਕਤਾ ਦੇ ਵਿੱਚ ਏਕਤਾ ਹੈ ਇਸ ਦੇ ਵਿੱਚ। ਸੋ ਬਹੁਤ ਸਾਰੇ ਧਰਮਾਂ ਦੇ ਲੋਕ ਇੱਥੇ ਰਹਿੰਦੇ ਨੇ। ਤੇ ਪਿੱਛੇ ਜੇ ਇੱਕ ਘਟਨਾ ਵਾਪਰੀ ਗੁਰੂਗ੍ਰਾਮ ਦੇ ਵਿੱਚ, ਜਿੱਥੇ ਨਮਾਜ਼ ਅਦਾ ਕਰ ਰਹੇ ਜਿਹੜੇ ਸੀਗੇ ਸਟੂਡੈਂਟਸ, ਉਹਨਾਂ ਨੂੰ ਜੇ ਅਸੀਂ ਕਹੀਏ ਕਿ ਇੱਕ ਰਾਸ਼ਟਰਵਾਦੀ ਸੋਚ ਨੂੰ ਲੈ ਕੇ ਉਹਨਾਂ ਦੀ ਨਮਾਜ਼ ਦੇ ਉੱਪਰ, ਅਸੀਂ ਕਹੀਏ ਕਿ ਇੱਕ ਨਮਾਜ਼ ਪੜ੍ਹਨ ਦੇ ਉੱਪਰ ਉਹਨਾਂ ਦੇ ਧਾਰਮਿਕ ਜਿਹੜੇ ਰੂਲਸ ਰੈਗੂਲੇਸ਼ਨਸ ਜੋ ਵੀ ਸੀਗੇ, ਜਿੱਦਾਂ ਦੀ ਉਹਨਾਂ ਦੇ ਮੁਸਲਮਾਨ ਧਰਮ ਦੇ ਵਿੱਚ ਹੁੰਦੇ ਆ, ਕਿ ਉਹਦੇ ਉੱਪਰ ਕੋਈ ਹਮਲਾ ਹੋਇਆ। ਦੇਖੋ, ਹਮਲਾ ਇਸ ਤਰ੍ਹਾਂ ਅਜੇ ਤੱਕ ਜਿਵੇਂ ਕਹਿੰਦੇ ਨੇ ਕਿ ਸੁੱਖ ਹੈ ਜੀ, ਕੋਈ ਅਣਸੁਖਾਵੀ ਘਟਨਾ ਤੇ ਨਹੀਂ ਹੋਈ। ਬਿਲਕੁਲ। ਪਰ ਜੇ ਉੱਥੇ ਦੇ ਸਥਾਨਕ ਆਗੂਆਂ ਉਹਦੀ ਮੰਨੀ ਜਾਵੇ ਜੀ, ਤੇ ਉਹ ਕਹਿੰਦੇ ਨੇ ਕਿ ਜੋ ਇੱਥੇ ਹਾਲਾਤ ਨੇ ਜੀ, ਤੇ ਜਿਵੇਂ ਪੁਲਿਸ ਪ੍ਰਸ਼ਾਸਨ ਤੇ ਜਿਵੇਂ ਭਾਜਪਾ ਦੇ ਕੁਝ ਆਗੂ ਤੇ ਕੌਂਸਲਰ ਤੇ ਇੱਕ ਉੱਥੇ ਸੰਸਥਾ ਹੈ ਜੀ, ਭਾਰਤ ਮਾਤਾ ਵਾਹਿਨੀ, ਉਸ ਦੇ ਆਗੂ ਨੇ, ਉਹ ਜਿਹੜੇ ਆਗੂ ਨੇ ਦਿਨੇਸ਼ ਭਾਰਤੀ ਨਾਂ ਦੇ, ਜੀ, ਜਿਸ ਤਰੀਕੇ ਨਾਲ ਉਹ ਕਹਿੰਦੇ ਚੱਲ ਰਹੇ ਨੇ, ਇੱਥੇ ਦੰਗੇ ਹੋਣ ਦੇ ਵਿੱਚ ਸਮਾਂ ਨਹੀਂ ਲੱਗੇਗਾ। ਜੀ, ਗੁਰੂਗ੍ਰਾਮ ਦੇ ਮੁਸਲਿਮ ਆਗੂਆਂ ਨੇ ਕਿਹਾ ਕਿ ਇੱਥੇ 4 ਲੱਖ ਤੋਂ ਵੱਧ ਮੁਸਲਿਮ ਰਹਿੰਦੇ ਨੇ ਤੇ ਸਾਡੇ ਕੋਲ ਤਕਰੀਬਨ 22 ਮਸੀਤਾਂ ਹਨ ਜਿੱਥੇ ਅਸੀਂ ਜਾ ਕੇ ਨਮਾਜ਼ ਅਦਾ ਕਰ ਸਕਦੇ ਹਾਂ। ਜੀ, ਪਰ ਉੱਥੇ ਅਸੀਂ ਪੂਰੇ ਨਹੀਂ ਆਉਂਦੇ, ਸਾਡੀ ਗਿਣਤੀ ਜ਼ਿਆਦਾ ਹੈ ਤੇ ਇਸ ਕਰਕੇ ਸਾਨੂੰ ਖੁੱਲ੍ਹੇ 'ਚ ਨਮਾਜ਼ ਕਰਨੀ ਪੈਂਦੀ ਹੈ। ਜੀ,
ਜੁਮੇ ਦੀ ਨਮਾਜ਼ ਵਾਸਤੇ ਸ਼ੁੱਕਰਵਾਰ ਨੂੰ ਜਿਹੜੀਆਂ ਜਗ੍ਹਾ ਮੁਕਰਰ ਕੀਤੀਆਂ ਗਈਆਂ ਨੇ ਜੀ 37 ਥਾਵਾਂ ਇਹੋ ਜਿਹੀਆਂ ਜਿਹੜੀਆਂ ਨੇ ਉਹ ਮੁਕਰਰ ਹੋਈਆਂ ਨੇ ਗੁਰੂਗ੍ਰਾਮ 'ਚ, ਜੀ ਗੁੜਗਾਵਾਂ ਜਿਸ ਨੂੰ ਅਸੀਂ ਪਹਿਲਾਂ ਕਹਿੰਦੇ ਸੀ। ਜੀ 37 ਥਾਵਾਂ ਉਹਨਾਂ ਨੂੰ ਦੱਸੀਆਂ ਗਈਆਂ ਨੇ ਕਿ ਤੁਸੀਂ ਇਸ ਜਗ੍ਹਾ ਤੇ ਆਪਣੀ ਨਮਾਜ਼ ਦਿਨ ਵੇਲੇ ਕਰ ਸਕਦੇ ਹੋ। ਨਮਾਜ਼ ਉਹਨਾਂ ਨੇ ਕਰਨੀ ਹੁੰਦੀ ਜਾਂ ਇਕੱਠੇ ਹੋ ਕੇ ਜਾਂ ਇਕੱਲੇ ਜਾਂ ਜਿਵੇਂ ਵੀ ਆ, ਬਿਲਕੁਲ ਧਾਰਮਿਕ ਕੋਈ ਲਾਊਡ ਸਪੀਕਰ ਵਗੈਰਾ ਨਹੀਂ ਲਾਇਆ ਜਾਂਦਾ ਜਾਂ ਲਾਉਂਦੇ ਵੀ ਹੋਣਗੇ, ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ। ਜੀ ਪਰ ਉਸ ਦੇ ਕਹਿੰਦੇ ਵਿਰੋਧ ਵਜੋਂ ਇਹ ਜਿਹੜੇ ਵਿਅਕਤੀ ਦਾ ਮੈਂ ਦਿਨੇਸ਼ ਭਾਰਤੀ ਦਾ ਨਾਮ ਲਿਆ, ਇਹਨਾਂ ਦੇ ਕੁਝ ਸਾਥੀ ਜੀ ਜਿਹੜੇ ਹਨ ਉਹ ਕੁਝ ਸ਼ੈ ਪ੍ਰਾਪਤ ਹੈ ਉਹਨਾਂ ਨੂੰ ਹੋਰ ਸਮਾਜਿਕ ਅੰਸਰਾਂ ਦੀ, ਉਹ ਇਕੱਠੇ ਹੋ ਕੇ ਆ ਜਾਂਦੇ ਨੇ ਤੇ ਜਾਂ ਜੈਕਾਰੇ ਛੱਡਦੇ ਨੇ ਜੈ ਸ਼੍ਰੀ ਰਾਮ ਦੇ, ਤੇ ਜਾਂ ਫਿਰ ਲਾਊਡ ਸਪੀਕਰਾਂ ਦੇ ਵਿੱਚ ਉੱਚੀ ਉੱਚੀ ਭਜਨ ਤੇ ਧਾਰਮਿਕ ਗੀਤ ਲਾ ਦਿੰਦੇ ਨੇ ਜੀ ਤੇ ਰੌਲਾ ਪੈਂਦਾ। ਜਦੋਂ ਉੱਥੇ ਦੇ ਜਿਹੜੇ ਕਾਉਂਸਲਰ ਨੇ ਭਾਰਤੀ ਜਨਤਾ ਪਾਰਟੀ ਦੇ ਕੁਲਦੀਪ ਯਾਦਵ ਜੀ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਕੀ ਹੋ ਰਿਹਾ, ਉਹ ਕਹਿੰਦੇ ਦੇਖੋ ਇਹਨਾਂ ਨੂੰ ਪਹਿਲਾਂ ਵੀ ਕਿਹਾ ਆ ਇੱਥੇ ਨਮਾਜ਼ ਨਾ ਕਰਿਆ ਕਰੋ, ਇਹ ਸੈਕਟਰ 47 'ਚ ਜਗ੍ਹਾ ਨਹੀਂ ਹੈ, ਬਿਲਕੁਲ ਤੇ ਜਦ ਕਿ ਜਿਹੜੀਆਂ ਜਗ੍ਹਾ ਨਿਸ਼ਚਿਤ ਕੀਤੀਆਂ ਗਈਆਂ ਸੀ ਉਹਨਾਂ ਵਿੱਚ ਸੈਕਟਰ 47 ਲਿਖਿਆ ਗਿਆ, ਕਿੱਥੇ ਕਰ ਸਕਦੇ ਹੋ। ਜੀ ਦੇਖੋ ਜੀ, ਜਦੋਂ ਇੱਥੇ ਜੁਮੇ ਦੀ ਨਮਾਜ਼ ਵਾਸਤੇ ਇਕੱਠੇ ਹੁੰਦੇ ਨੇ, ਇਹਨਾਂ ਦੀ ਮੁਢੀਰ ਆ ਜਾਂਦੀ ਹੈ, ਉਹ ਵਾਰਾਗਰਦੀ ਕਰਦੀ ਹੈ, ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ, ਜੀ ਕੋਈ ਅਣਸਕਾਮੀ ਘਟਨਾ ਨਾ ਹੋਵੇ, ਲੋਕ ਪਰੇਸ਼ਾਨ ਹੁੰਦੇ ਨੇ। ਜੀ ਜਦੋਂ ਪੁਲਿਸ ਅਧਿਕਾਰੀ ਨੂੰ ਪੁੱਛਿਆ ਗਿਆ ਤਾਂ ਪੁਲਿਸ ਅਧਿਕਾਰੀ ਕਹਿੰਦੇ ਨੇ ਕਿ ਉਹ ਕਹਿੰਦੇ ਜੀ ਕਈ ਵਾਰੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਕਿ ਮੁੰਡਿਆਂ ਨੂੰ ਅਵਾਰਾ ਫਿਰਦੇ ਮੁੰਡਿਆਂ ਨੂੰ ਹਟਾਓ ਇੱਥੋਂ। ਪੁਲਿਸ ਕੋਲ ਗਏ ਨੇ ਪੱਤਰਕਾਰ ਤੇ ਉਹ ਕਹਿੰਦੇ ਕਿ ਸਾਡੇ ਕੋਲ ਤੇ ਕੋਈ ਇੱਕ ਵੀ ਰਿਪੋਰਟ ਨਹੀਂ ਜਿੱਥੇ ਸਾਨੂੰ ਕਿਸੇ ਨੇ ਕਿਹਾ ਹੋਵੇ ਕਿ ਜਿਹੜਾ ਇਹ ਮੁੰਡੇ ਸਾਨੂੰ ਖਰਾਬੀਆਂ ਕਰਦੇ ਨੇ ਤੇ ਇਹਨਾਂ ਨੂੰ ਹਟਾਓ। ਜੀ ਸਾਡੇ ਕੋਲ ਕੋਈ ਆਇਆ ਨਹੀਂ। ਜੀ ਉਲਟਾ ਕੇਸ ਕੁਝ ਜਿਹੜੇ ਨੇ ਉਹ ਦਰਜ ਹੋਏ ਨੇ, ਜੀ ਉਹ ਦਿਨੇਸ਼ ਭਾਰਤੀ ਤੇ ਕੇਸ ਨੇ। ਜੀ ਉਹਨਾਂ ਨੇ 2-3 ਵਾਰੀ ਪਹਿਲਾਂ ਇਹੋ ਜਿਹੇ ਕੇਸਾਂ ਦੇ ਵਿੱਚ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੁਸਲਿਮ ਭਾਈਚਾਰੇ ਨੇ ਉਹਨਾਂ ਦੇ ਖਿਲਾਫ ਜੀ ਜਿਹੜੀਆਂ ਨੇ ਸ਼ਿਕਾਇਤਾਂ ਕੀਤੀਆਂ ਹੋਈਆਂ ਨੇ ਤੇ ਉਹਨਾਂ ਤੇ ਕੇਸ ਦਰਜ ਹੋ ਚੁੱਕੇ ਨੇ। ਜੀ ਹਰ ਵਾਰੀ ਉਹਨਾਂ ਦੀ ਆਸਾਨੀ ਨਾਲ ਜ਼ਮਾਨਤ ਹੋ ਜਾਂਦੀ ਹੈ ਤੇ ਬਾਹਰ ਆ ਜਾਂਦੇ ਨੇ। ਜੀ ਤੇ ਇਸ ਵਾਰੀ ਵੀ ਵਾਰਨਿੰਗ ਜਿਹੜੀ ਹੈ ਉਹ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ ਜੀ। ਕਿ ਭਾਈ ਇਸ ਵਿਅਕਤੀ ਨੂੰ ਰੋਕੋ, ਨਹੀਂ ਤੇ ਕੋਈ ਅਣਸੁਖਾਵੀ ਘਟਨਾ ਵਾਪਰੇਗੀ। ਜੀ ਹੁਣ ਇਸ ਦੇ ਵਿੱਚ ਹਰਪ੍ਰੀਤ ਜੀ ਮੈਂ ਕਹਿ ਸਕਦਾ ਕਿ ਜੇ ਅਸੀਂ ਅਨੇਕਤਾ ਵਿੱਚ ਏਕਤਾ ਨੂੰ ਦੇਖਦੇ ਹਾਂ ਜੀ ਤੇ ਫਿਰ ਇੱਕ ਦੂਸਰੇ ਨੂੰ ਸਹਿਣ ਕਰਨ ਦੀ ਵੀ ਥੋੜੀ ਜਿਹੀ ਸ਼ਕਤੀ ਚਾਹੀਦੀ ਹੈ। ਬਿਲਕੁਲ। ਦੂਸਰੀ ਇੱਕ ਗੱਲ ਮੈਂ ਸਾਰੇ ਧਰਮਾਂ ਦੇ ਹਵਾਲੇ ਨਾਲ ਮੈਂ ਅਪੀਲ ਕਰਨੀ ਚਾਹੁੰਦਾ, ਜੀ ਇਹ ਲਾਊਡ ਸਪੀਕਰਾਂ ਦੀ ਕੀ ਲੋੜ ਹੈ। ਜਦੋਂ ਕਦੇ ਲਾਊਡ ਸਪੀਕਰ ਆਏ ਨੇ ਜੀ ਤੇ ਸਾਡੇ ਸਮਾਜ ਦੇ ਵਿੱਚ ਜਾਂ ਧਾਰਮਿਕ ਤੌਰ ਤੇ ਅਸੀਂ ਪਰਪੱਕ ਹੋਏ ਆ ਜਾਂ ਸਾਡੇ ਵਿੱਚ ਇਨਸਾਨੀਅਤ ਵਧੀ ਹੈ, ਕਿਹੜੀ ਚੀਜ਼ ਸਾਡੇ ਪੱਲੇ ਪਈ ਹੈ। ਬਿਲਕੁਲ। ਇਹ ਨੋਇਜ਼ ਪੋਲੂਸ਼ਨ ਫੈਲਾ ਕੇ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਹਾਂ। ਬਿਲਕੁਲ। ਹਰ ਕੋਲ ਯੁੱਗ ਹੈ, ਤੁਹਾਡੀ ਜੇਬ 'ਚ ਫੋਨ ਹੈ, ਮੇਰੀ ਜੇਬ 'ਚ ਫੋਨ ਹੈ, ਸਾਡੇ ਕੈਮਰਾਮੈਨ ਦੀ ਜੇਬ 'ਚ ਫੋਨ ਹੈ, ਬਿਲਕੁਲ। ਤੇ ਉਹ ਜੋ ਮਰਜ਼ੀ ਜੋ ਦਿਲ ਚਾਹੇ ਆਪਣੇ ਮੌਕੇ ਨਾਲ ਸੁਣ ਸਕਦਾ ਹੈ। ਬਿਲਕੁਲ। ਤੇ ਫਿਰ ਸਾਨੂੰ ਇਹ ਲਾਊਡ ਸਪੀਕਰ ਲਾ ਕੇ ਕਿਸ ਨੂੰ ਸੁਣਾਉਣ ਦੀ ਜ਼ਰੂਰਤ ਹੈ। ਜੇ ਕਿਸੇ ਨੂੰ ਲੋੜ ਹੈ ਉਸ ਨੂੰ ਉਸ ਹਿਸਾਬ ਨਾਲ ਕੋਈ ਉਹ ਸਿਸਟਮ ਦਿੱਤਾ ਜਾ ਸਕਦਾ ਹੈ। ਅੱਜ ਗਰੀਬ ਤੋਂ ਗਰੀਬ ਵਿਅਕਤੀ ਵੀ ਜਿਹੜਾ ਉਸ ਕੋਲ ਆਪਸ਼ਨ ਹੈ, ਬਿਲਕੁਲ। ਪਰ ਜਿਸ ਨੂੰ ਰੋਜ਼ੀ ਰੋਟੀ ਦੀ ਵੱਧ ਚਿੰਤਾ ਹੋਵੇ ਉਧਰ ਨੂੰ ਲਾਊਡ ਸਪੀਕਰਾਂ ਵੱਲ ਨੂੰ ਧਿਆਨ ਨਹੀਂ ਕਰੇਗਾ। ਬਿਲਕੁਲ। ਇਹ ਸਿਰਫ ਪਬਲਿਕ ਪੀਏ ਸਿਸਟਮ ਵਾਸਤੇ, ਪਬਲਿਕ ਅਨਾਉਂਸਮੈਂਟ ਸਿਸਟਮ ਵਾਸਤੇ ਹੁੰਦੇ ਨੇ। ਹਾਂ, ਐਮਰਜੈਂਸੀ ਵਾਰਨਿੰਗ ਸਿਸਟਮ ਦੇ ਤੌਰ ਤੇ ਪਿੰਡਾਂ ਵਿੱਚ ਲੱਗੇ ਲਾਊਡ ਸਪੀਕਰ ਕਈ ਵਾਰੀ ਕੰਮ ਕਰਦੇ ਨੇ ਜੀ। ਤੇ ਉਹਨਾਂ ਤੋਂ ਕੰਮ ਲੈ ਲਿਆ ਜਾਂਦਾ। ਕਈ ਵਾਰੀ ਗਲਤ ਗੱਲਾਂ ਵੀ ਹੋ ਜਾਂਦੀਆਂ, ਦੰਗੇ ਵੀ ਇਹਨਾਂ ਕਰਕੇ ਹੋ ਜਾਂਦੇ ਨੇ। ਜੀ। ਮੈਂ ਸਮਝਦਾ ਕਿ ਸਾਨੂੰ ਇਸ ਪਾਸੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਸਾਰੇ ਧਰਮ ਰਲ ਕੇ ਕਹਿ ਦੇਣ ਕਿ ਭਾਈ ਅਸੀਂ ਆਪਣੀ ਧਾਰਮਿਕ ਜਗ੍ਹਾ ਤੇ ਲਾਊਡ ਸਪੀਕਰ ਅੱਜ ਤੋਂ ਨਹੀਂ ਲਾਉਂਦੇ, ਜੀ। ਜਾਂ ਸਾਡੇ ਅੰਦਰ ਕੰਪਲੈਕਸ ਦੇ ਵਿੱਚ ਇਸ ਦੀ ਆਵਾਜ਼ ਆਵੇ ਕਿ ਕਈ ਜਗ੍ਹਾ ਤੇ ਇਹੋ ਜਿਹੇ ਮਤੇ ਪਾਏ ਵੀ ਗਏ ਨੇ। ਜੀ। ਸ਼੍ਰੋਮਣੀ ਕਮੇਟੀ ਦਾ ਇਹੋ ਜਿਹਾ ਹੁਕਮ ਵੀ ਹੈ ਕਿ ਨਾ ਲਾਓ, ਪਰ ਸਾਡੇ ਕਿਤੇ ਵੀ ਕੋਈ ਵੀ ਧਰਮ ਵਾਲਾ ਉਹ ਮੰਨਦਾ ਨਹੀਂ ਹੈ। ਇਹਨਾਂ ਨਾਲ ਸਮੱਸਿਆ ਪੈਦਾ ਹੁੰਦੀ ਹੈ ਕਿਸੇ ਨੂੰ ਹੋਰ ਨੂੰ, ਤੇ ਫਿਰ ਉਹ ਨਹੀਂ ਹੋਣੀ ਚਾਹੀਦੀ। ਮੁੰਬਈ ਦੇ ਬਾਲੀਵੁੱਡ ਦੇ ਮਸ਼ਹੂਰ ਸਿੰਗਰ ਸੋਨੂ ਨਿਗਮ ਨੇ ਇੱਕ 2 ਸਾਲ ਪਹਿਲਾਂ ਕਹਿ ਦਿੱਤਾ ਸੀ ਕਿ ਜਿਹੜੀ ਇੱਕ ਨਮਾਜ਼ ਦੀ ਇੱਕ ਸਪੀਕਰ ਦੀ ਜਿਹੜੀ ਆਵਾਜ਼ ਆਉਂਦੀ ਹੈ, ਮੇਰੀ ਨੀਂਦ ਖਰਾਬ ਹੁੰਦੀ ਹੈ ਇਸ ਨਾਲ। ਜੀ। ਖੈਰ ਉਹਨਾਂ ਦੀ ਖਿਚਾਈ ਬਹੁਤ ਹੋਈ ਇਸ ਮਾਮਲੇ ਤੇ, ਪਰ ਉਹਨਾਂ ਨੇ ਸਪਸ਼ਟ ਕੀਤਾ ਸੀ ਕਿ ਮੈਂ ਲਿਖ ਬੈਠਾ ਕਿ ਨਮਾਜ਼ ਦੀ ਆਵਾਜ਼ ਨਾ ਖਰਾਬ ਹੁੰਦੀ ਹੈ, ਮੈਨੂੰ ਕਿਸੇ ਵੀ ਜਿਹੜੇ ਧਾਰਮਿਕ ਸਥਾਨ ਤੋਂ ਜਿਹੜੇ ਲਾਊਡ ਸਪੀਕਰ ਦੀ ਆਵਾਜ਼ ਹੈ ਮੇਰੀ ਨੀਂਦ ਖਰਾਬ ਕਰਦੀ ਹੈ, ਸੋਹਣਾ ਹੁੰਦਾ ਹੈ। ਬਿਲਕੁਲ। ਪਰ ਇਸ ਤੋਂ ਅਸੀਂ ਜਰਾ ਬਚਾਅ ਰੱਖੀਏ, ਯੁੱਗ ਅੱਗੇ ਜਾ ਰਿਹਾ, ਚੱਲ ਰਿਹਾ, ਇਸ ਤੋਂ ਅਸੀਂ ਬਚਾਅ ਕਰੀਏ ਤੇ ਜ਼ਿਆਦਾ ਬਿਹਤਰ ਰਹੇਗਾ। ਇਸ ਨਾਲ ਦੰਗੇ ਭੜਕਣ ਜਾਂ ਕਿਸੇ ਦੇ ਖਿਲਾਫ ਕੋਈ ਹੋਵੇ, ਇਹ ਮਾੜੀ ਗੱਲ ਹੈ। ਜੀ ਬਿਲਕੁਲ। ਲੋਕਤੰਤਰ ਹੈ, ਲੋਕਾਂ ਦਾ ਤੰਤਰ ਹੈ, ਸੋ ਲੋਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਹੈ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ। ਲੋਕਾਂ ਨੂੰ ਆਪਣੇ ਬੋਲਣ ਦੀ ਆਜ਼ਾਦੀ, ਆਪਣੇ ਧਰਮ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਸੋ ਕੁਲਦੀਪ ਜੀ, ਤੁਸੀਂ ਸਾਡੇ ਸਟੂਡੀਓ ਵਿੱਚ ਆਏ ਤੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ। ਨਵੇਂ ਮੁੱਦਿਆਂ ਤੇ ਨਵੀਂ ਚਰਚਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤੇ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।